नगर निगम हाउस की मीटिंग चल रही है जी। मेरी बेनती है सारे होस्ट के काउंसलर वालों ਇਹਦੀ सब कमेटी बनाई जाए। ਉਹ सब कमेटी ਦਾ ਕਾਰਨ ਕੀ ਹੈ ਜਿਹੜੇ ਜਿਹੜੇ ਮੈਂਬਰ ਆ ਉਹਨਾਂ ਨੂੰ ਇੱਕ ਵਾਰ ਦੇ ਵਿੱਚ 50 70 ਦੇ ਡੀਸੀ ਸਾਹਿਬ ਤੇ ਸਾਡੇ ਕੋਲੇ ਜ਼ਿਆਦਾ ਪੰਚ ਵਿੱਚ ਨਹੀਂ ਹੈਗੇ ਪਾਰਕਾਂ ਦੇ ਵਿੱਚ ਸਾਡੇ ਸਾਂਝੇ ਥਾਵਾਂ ਦੇ ਲੋੜ ਵਾਸਤੇ ਇਹਨਾਂ ਦੀ ਕਮੇਟੀ ਗਠਿਤ ਕੀਤੀ ਜਾਵੇ। ਠੀਕ ਆ ਬੈਂਚ ਵਾਸਤੇ ਤੇ ਉਹਦੇ ਵਾਸਤੇ ਜਿਹੜੀਆਂ ਸਬ ਕਮੇਟੀਆਂ ਉਹਨਾਂ ਨੂੰ ਵੀ ਜਿਹੜੀ ਸਾਰੀ ਜਾਣਕਾਰੀ ਉਹ ਦਿੱਤੀ ਜਾਵੇ। ਅਸੀਂ 15 ਸਾਲਾਂ ਤੋਂ ਦੇਖ ਰਹੇ ਹਾਂ ਜਿੰਨੀਆਂ ਵੀ ਸਬ ਕਮੇਟੀਆਂ ਬਣਦੀਆਂ ਇਹ 2-3 ਇਹਨਾਂ ਦੇ ਪੁਰਾਣੇ ਮੈਂਬਰ ਹੈ। ਹਰ ਸਬ ਕਮੇਟੀ ਵਿੱਚ ਉਹਨਾਂ ਨੂੰ ਪਾਇਆ ਜਾਂਦਾ। ਸਾਰੇ ਮੈਂਬਰ ਸਾਹਿਬਾਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ। ਸਾਰਿਆਂ ਨੂੰ ਸਾਰੀਆਂ ਕਮੇਟੀਆਂ ਨੂੰ ਦਸਤ ਕੀਤਾ ਜਾਵੇ। ਇੱਕ ਦੋ ਮੈਂਬਰ ਐਸੇ ਆ ਜੇ 10 ਕਮੇਟੀਆਂ ਬਣੀਆਂ ਤਾਂ 10 ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਦਿੱਤੀ ਜਾਵੇ। ਇੱਕ ਮੈਂਬਰ ਰੱਖੀਆਂ 2 ਕਮੇਟੀਆਂ ਦੇ ਵਿੱਚ कमेटी बना देंगे बस करें बस का सपोर्ट हो गया फोटो आ गई करी फोटो आ गई फोटो चलो देखो गल सुनो मेरी सीटा दे बह जाओ कल्ली कल्ली देर नाल आपां करनी है कल्ले कल्ले आपकी क्योंकि लोग साढ़े दरवाजे में मीटिंग को लेकर देगा तो साढ़े पकवान होने लगे साढ़े पकवान होने लगे अपने परिवार के मेंबर नैरो कमिश्नर को लेकर देगा मीटिंग सदी जाए। एक मीटिंग का फैसला सानू आप करना पै रहा कि अज असीं तुहाडे सामने बैठ के असीं रोक बना रहे हैं सारे ईमानदारी नाल काम ਹੁੰਦਾ ਸਾਨੂੰ ਆ ਜਵਾਬ ਆਉਂਦੇ ਸੀ। ਹੁਣ ਤੱਕ ਆਪਾਂ ਸੀਟਾਂ ਤੇ ਬੈਠ ਕੇ ਤੁਹਾਡੀ ਗੱਲ ਸੁਣਦੇ ਰਹੇ। ਤੁਹਾਨੂੰ ਅਸੀਂ ਚੁਣਿਆ ਨਾ ਅਸੀਂ ਪਰ ਮੈਨੂੰ ਲੱਗਦਾ ਤੁਹਾਨੂੰ ਸਾਡੇ ਸਾਰਿਆਂ ਕੁੜੀਆਂ ਦੇ ਨਾਮ ਹੀ ਨਹੀਂ ਪਤਾ। ਤੁਸੀਂ ਸਾਡੇ ਕਿਤੇ ਵਾਰਡ 'ਚ ਜਾ ਕੇ ਜਿਹੜਾ ਵੀ ਮਾਰਿਆ ਤੁਹਾਡਾ ਫਰਕ ਲੱਗਦਾ ਨਾ ਸਾਡੇ ਵਾਰਡ ਜਿਹੜੇ माइक तो दे दियो बैठो जाके सारे मैंबर साहब को बेनती है कि तुम आपका रोज रिहा कर लिया आपकी गल नहीं करनी रोज की गल रूम सीटा से बैठो एजेंडे से आप कार्रवाई करिए बैठो आवाज उठो हो जूगा कहना तुम रोज करना सी करने बैठो तुम आपकी गल करो सीट पे बैठ के सर ट्री गार्ड कदों आने बरसात लाएंगे ट्री गार्ड कदों बूटे कदों लावेंगे ट्री गार्ड का एस्टीमेट है तो लंघ गए सारा मौसम मीटिंग करो बिंदु की तस्लीम करा दी गई सब जिम्मेदार
ਇਹ ਐਮਸੀ ਸਾਹਿਬਾਨ ਬੈਠੇ ਨੇ ਜੀ ਤੇ ਅੱਜ ਹਾਊਸ ਦੀ ਮੀਟਿੰਗ ਹੋ ਰਹੀ ਹੈ। ਹੋ ਸਕਦਾ ਇਹ ਸ਼ਹਿਰ ਦੇ ਸਾਰੇ ਐਮਸੀ ਸਾਹਿਬਾਨ ਰੋਸ ਪ੍ਰਗਟ ਕੀਤਾ ਅੱਜ ਇਹਨਾਂ ਨੇ ਸਾਰਿਆਂ ਨੇ। 4 ਮਹੀਨਿਆਂ ਦੇ ਬਾਅਦ ਹੋਈ ਮੀਟਿੰਗ, 5ਵਾਂ ਮਹੀਨਾ ਹੋ ਗਿਆ ਮੀਟਿੰਗ ਹੋਈ। ਅਸ਼ਵਨੀ ਜੀ ਨੂੰ ਬੇਨਤੀ ਕਰਦਾ ਉਹਦਾ ਨਤੀਜਾ ਕਿ ਜਿੰਨੇ ਮੈਂਬਰ ਸਾਹਿਬਾਨਾਂ ਨੇ ਸੀਵਰ ਦੇ ਪ੍ਰਤੀ ਆਪਣੀ ਰੋਸ ਜ਼ਾਹਿਰ ਕੀਤਾ ਤੇ ਬਾਕੀ ਸੱਚਾਈ ਹੈ, ਮੈਂਬਰ ਸਾਰੇ ਭਰੋਸੇ ਹੈ। ਮੇਰੇ ਵਾਰਡ 'ਚ ਗਏ ਸੀ ਕਿਉਂਕਿ 50 ਵਾਰਡ ਦੇ ਵਿੱਚ ਤਰਵੇਰੀ ਵਾਲੇ ਜਮਾ ਕੰਮ ਕਰਦੇ ਆਉਂਦੇ ਬਾਰ-ਬਾਰ ਕੇ ਚਲੇ ਜਾਂਦੇ ਆ। ਅੱਗੇ ਲੋਕਾਂ 'ਚ ਤੇ ਤੁਸੀਂ ਆਪਦੀ ਸੁਪਰਵਿਜ਼ਨ ਦੇ ਵਿੱਚ ਮੈਂਬਰ ਸਾਹਿਬਾਨਾਂ ਦੀ ਤਸਦੀਕ ਕਰਾਓ। ਸੁਪਰਵਿਜ਼ਨ ਆਪਦੀ ਤੁਸੀਂ ਰੱਖੋ, ਕੋਈ ਥੋੜਾ ਤੇਜ਼ ਹੋਰ ਮੇਰੇ ਨਾਲ ਦੇਖੋ, ਇਹਨਾਂ ਨੂੰ 2-4 ਦਿੱਤਾ ਮਾਨਸਾ ਦੇ ਬਠਿੰਡਾ ਦੇ ਬਠਿੰਡੇ ਰੱਖੋ ਬਸ ਕੱਲਾ, ਤਾਂ ਕਿ ਇਹ ਬਠਿੰਡਾ ਪ੍ਰੋਪਰ ਸੰਭਾਲ ਸਕਣ ਤੇ ਲੋਕਾਂ ਦੀ ਕੰਪਲੇਂਟ ਨੂੰ ਦੂਰ ਕਰ ਸਕਣ। ਏਜੰਡਾ ਨੰਬਰ 2 ਇੱਕ ਵਾਰੀ ਏਜੰਡਾ ਕਰ ਦਿਓ, ਏਜੰਡਾ ਕਰ ਲਓ ਇੱਕ ਵਾਰੀ, ਉਸ ਤੋਂ ਬਾਅਦ ਸਾਰੇ ਜਿਹੜੇ ਆਉਂਦੇ ਇੱਕ ਮਿੰਟ ਬੋਲਣ ਦਿਓ, ਇੱਕ ਮਿੰਟ। ਗੱਲ ਸੁਣ ਰਿਹਾ ਮਾਨਯੋਗ ਮੇਅਰ ਸਾਹਿਬ ਔਰ ਕਮਿਸ਼ਨਰ ਮੈਡਮ, ਮੇਰਾ ਜਿਹੜਾ ਵਾਰਡ ਆ ਉਹਦੇ ਵਿੱਚ ਡਿਵੈਲਪਮੈਂਟ ਦਾ ਕੰਮ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਵੇਲੇ ਨਾ ਫਸਿਆ ਹੋਇਆ। ਕੁੱਲਰ ਸਾਹਿਬ ਵੀ ਗਵਾਹ ਹੈ ਕਿ ਇਹਨਾਂ ਨੇ ਕਿਹਾ ਸੀ ਪੈਸੇ ਜਮ੍ਹਾਂ ਕਰਾ ਦਿਓ ਕੰਮ ਹੋ ਜਾਊਗਾ। ਅਸੀਂ ਇਲੈਕਸ਼ਨਾਂ 'ਚ ਤਾਂ ਨਹੀਂ ਬੋਲੇ ਕਿ ਮਨਪ੍ਰੀਤ ਜੀ ਐਂ ਨਾ ਕਹਿਣ ਵੀ ਮੇਰੇ ਕਰਕੇ ਵੀ ਸਾਡੇ ਕੋਲ ਪੈਸੇ ਹੈ ਨਹੀਂ, ਕੰਮ ਤਾਂ ਨਹੀਂ ਹੋਇਆ। ਲੇਕਿਨ ਉਸ ਤੋਂ ਬਾਅਦ ਵੀ ਆਪਣੇ 4 ਮਹੀਨੇ ਟੱਪ ਗਏ, ਕੋਈ ਐਸਟੀਮੇਟ ਨਹੀਂ, ਕੋਈ ਕੰਮ ਦੀ ਗੱਲ ਨਹੀਂ ਕਰੀ। ਤੁਸੀਂ ਮੈਨੂੰ ਐਫਐਨਸੀਸੀ ਦੀ ਜਿਹੜਾ ਹੈਗਾ ਸਾਰਾ ਰਿਪੋਰਟ ਦੇ ਦਿਓ, ਮੈਂ ਦੇਖ ਲਾਂ ਵੀ ਹੋਰ ਕੰਮ ਵੀ ਕਰ ਦਿਓ ਕਿ ਮੇਰੇ ਕੰਮ ਰੋਕੀ ਬੈਠੇ। ਮੈਨੂੰ ਜਿੰਨਾ ਕੁ ਐਫਐਨਸੀਸੀ ਦਾ ਤੋਂ ਰਿਕਾਰਡ ਹੈ ਮੈਨੂੰ ਉਹ ਦੇ ਦਿਓ, ਮੈਂ ਦੇਖਣਾ ਚਾਹੁੰਦਾ ਕਿ ਜਿਹੜੇ ਉਹਦੇ ਚ ਡਿਵੈਲਪਮੈਂਟ ਦੇ ਕੰਮ ਹੋਰ ਹੋਏ ਆ ਕਿ ਮੇਰੇ ਲੋਕ ਛੱਡਿਆ। ਕਾਪੀ ਦਿੱਤੀ ਜਾਵੇ। ਮੈਂ ਸਰਕਾਰ ਚ ਮੈਂ ਆਪੋਜੀਸ਼ਨ ਤੇ ਮੈਂ ਇਹ ਮਹਿਸੂਸ ਕਰ ਰਿਹਾ ਕਿ ਮੈਂ ਆਪੋਜੀਸ਼ਨ ਚ, ਕਿਉਂਕਿ ਮੇਰਾ ਕੰਮ ਨਾ ਤਾਂ ਐਸਟੀਮੇਟ ਬਾਟੀ ਜੀ ਨਾਲ ਗੱਲ ਕਰੀ ਸੀ, ਬਾਟੀ ਜੀ ਕਹਿੰਦੇ ਐਸਟੀਮੇਟ ਬੰਦ ਹੋਏ ਆ। ਮੈਂ ਮੈਨੂੰ ਬੜੀ ਹੈਰਾਨੀ ਹੋਈ, ਮੈਂ ਵੀ 15 ਸਾਲ ਹੋ ਗਏ ਕਿ ਮੈਂ ਐਸਟੀਮੇਟ ਬੰਦ ਹੋ ਜਾਣਗੇ। ਇਹ ਤਾਂ ਹੋ ਸਕਦਾ ਕਰੋੜ ਦਾ ਕੰਮ ਨਾ ਹੋਵੇ 5 ਲੱਖ ਦਾ ਹੋਵੇ, ਇਹ ਤਾਂ ਨਹੀਂ ਹੋ ਸਕਦਾ ਵੀ ਕਿਤੇ ਕੰਮ ਹੀ ਬੰਦ ਹੋ ਜਾਣ। ਕੰਮ ਬੰਦ ਹੋ ਗਏ ਤਾਂ ਆਪਾਂ ਮੇਅਰ ਹਾਊਸ ਕਿਵੇਂ ਚਲਾਵਾਂਗੇ, ਇਹ ਐਸਟੀਮੇਟ ਬੰਦ ਹੋ ਜਾਣਗੇ। ਲੇਕਿਨ ਇਸ ਤਰ੍ਹਾਂ ਦਾ ਸਾਨੂੰ ਵੀ ਗੱਲ ਸਮਝ ਆਏਗੀ। ਅਸੀਂ ਬੋਲਦੇ ਨਹੀਂ ਸੀ, ਲੇਕਿਨ ਹੁਣ ਜੇ ਸਾਨੂੰ ਗੱਲ ਜਿੰਨੇ ਟੈਂਡਰ ਲੱਗੇ ਸੀਗੇ ਵਰਕਲੋਡ ਹੋਏ ਸੀ ਉਹ ਕੰਮ ਚੱਲ ਰਿਹਾ ਹੈ, ਠੀਕ ਹੈ। ਹੁਣ ਫੰਡਾਂ ਦੀ ਕਮੀ ਹੈ, ਤੁਹਾਡੇ ਜਿੰਨੇ ਆਪਾਂ ਆਏ ਸੀ ਉਦੋਂ ਸਾਰੇ ਐਸਟੀਮੇਟ ਉਹਨਾਂ ਨੇ ਬਣਾ ਲਏ, ਠੀਕ ਹੈ। ਤਾਂ ਉਹ ਮੈਡਮ ਕਹਿੰਦੇ ਵੀ 1 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਨਵੇਂ ਕੰਮ ਨਹੀਂ ਕਰਾਏ ਜਾ ਸਕਦੇ, ਤੋਂ 1 ਕਰੋੜ ਦੇ ਹਿਸਾਬ ਨਾਲ 2 ਲੱਖ ਰੁਪਏ ਇੱਕ ਵਾਰਡ ਨੂੰ ਆਉਂਦਾ। ਸੋ ਇਸ ਗੱਲ ਨੂੰ ਥੋੜਾ ਜਿਹਾ ਵੇਟ ਕਰ ਲਓ, ਕੰਮ ਚੱਲ ਰਹੇ ਹੈ, ਕੋਈ ਗੱਲ ਨਹੀਂ ਹੈ। ਇੱਥੇ ਕੋਈ ਮੈਂ ਤਾਂ ਕੋਈ ਐਸਟੀਮੇਟ ਸਾਰੇ ਬਣਾ ਕੇ ਤੁਹਾਨੂੰ ਦੱਸ ਦਿੰਦੇ ਹੈਗੇ। ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਪਤਾ ਲੱਗ ਜਾਏ ਐਮਡੀਸੀ ਚ ਆਪਾਂ ਹੋਰ ਕੁਝ ਪਾਸ ਕਰਿਆ ਕਿ ਨਹੀਂ, ਮੇਰੇ ਕਿਉਂ ਛੱਡੇਗਾ ਕਿ ਜੇ ਨਾ ਕਰਿਆ ਮੈਂ ਵੀ ਨਹੀਂ ਬੋਲਦਾ। ਠੀਕ ਹੈ। ਇਹਨੇ ਹਸਪਤਾਲ ਸਾਹਮਣੇ ਕਰਾਂ ਸਾਰਿਆਂ ਨੂੰ ਐਫਐਨਸੀਸੀ ਸਾਰੇ ਜਿੰਨੇ ਕੰਮ ਹੋਏ ਆ ਸਾਰਿਆਂ ਦੀ ਕਾਪੀ ਭੇਜ ਸਾਰਿਆਂ ਨੂੰ ਭੇਜ ਦਿਓ। ਅਸੀਂ ਜੀ ਸਾਰੀਆਂ ਲਿਸਟਾਂ ਬਣਾ ਲਈਆਂ, ਜਿੰਨਾ ਵਾਰਡ ਵਾਈਜ਼ ਜਿੰਨੇ ਕੰਮ ਆਪਾਂ ਅਲਾਟ ਕੀਤੇ ਆ, ਕੰਮ ਖਤਮ ਹੋਏ ਆ ਤੇ ਜਿਹੜੇ ਕੰਮ ਅਲਾਟ ਕੀਤੇ ਤੇ ਚੱਲ ਰਹੇ ਨੇ। ਕੁਝ ਜਿਹੜੇ ਨਵੇਂ ਕੰਮ ਆਏ ਸੀ, ਕੁਝ 44 ਐਸਟੀਮੇਟ ਬਣੇ ਸੀ ਸਾਰੇ ਫੈਂਸੀ ਜ਼ਮਾਨਾ ਦੇ ਮੰਗ ਅਨੁਸਾਰ, ਪਰੰਤੂ ਕੁਝ ਪੈਸੇ ਦੀ ਜਿਵੇਂ ਕਿ ਇਹਨਾਂ ਨੇ ਕਿਹਾ ਡਿਪਟੀ ਮੇਅਰ ਸਾਹਿਬ ਨੇ ਬਾਕੀ ਥੋੜੀ ਜੀ ਹੈਗੀ, ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਡਿਟੇਲ ਦੇ ਦਾਂਗੇ ਜੀ। ਅੱਜ ਸ਼ਾਮ ਤੱਕ ਸਾਰਿਆਂ ਦੇ ਘਰੇ ਤੁਸੀਂ ਆਦਰ ਡਿਟੇਲ ਲੈ ਲਿਓ। ਸਰ 5-6 ਮਹੀਨੇ ਜਿੰਨੇ ਵੀ ਐਫਐਨਸੀਸੀ ਚ ਕੰਮ ਹੋ ਗਿਆ ਨਾ, ਮੈਨੂੰ ਉਹਦੀ ਡਿਟੇਲ ਦੇ ਦਿਓ, ਮੈਨੂੰ ਤਸੱਲੀ ਹੋ ਜਾਏ ਕਿ ਮੇਰੇ ਨਾਲ ਬਿਲਕੁਲ ਨਹੀਂ। ਸਾਰਿਆਂ ਦੇ ਘਰੋਂ ਮੀਟਿੰਗ ਤੋਂ ਬਾਅਦ ਇੱਕ ਮੇਰੀ ਹੋਰ ਬੇਨਤੀ ਹੈ ਕਿ ਤੁਸੀਂ ਡਿਵੈਲਪਮੈਂਟ ਦਾ ਬਾਅਦ ਚ ਕਰਾਂਗੇ, ਸਾਡੇ ਜਿਹੜੇ ਖੱਡੇ ਭਰਨ ਵਾਸਤੇ ਉਹਦੇ ਵਾਸਤੇ ਐਸਟੀਮੇਟ ਨਾ ਕੋਈ ਰੋਕੋ। ਅਸੀਂ ਇਸ ਕਰਕੇ ਕਹਿੰਦੇ ਕਿ ਸਾਡਾ ਖੱਡੇ ਨਾ ਬਚੇਗਾ ਸੀਵਰ ਦੇ 10 ਢੱਕਣ ਮੇਰੇ ਲੱਗਣ ਵਾਲੇ ਸੀਵਰ ਦੇ। ਹੁਣ ਮੈਂ ਕਿਹਦੀ ਮਿੰਨਤਾਂ ਕਰਾਂ, ਦੋ ਤਾਂ ਅਮਰੀਕ ਸਿੰਘ ਰੋਡਿਆ ਪਰ ਸਾਰੇ ਉੱਥੋਂ ਲੰਘਦੇ ਅਫਸਰ ਵੀ ਲੰਘਦੇ ਆ, ਉਹ ਪਿੱਛੇ ਟਿਕਣ ਵਾਲੇ ਆ। ਜਦੋਂ ਛੋਟਾ ਮੋਟਾ ਕੰਮ ਵਾਸਤੇ ਕੁਝ ਫੰਡ ਰੱਖ ਲਓ, ਇਹਨਾਂ ਦਾ ਹੈ ਨਹੀਂ ਆਪਾਂ ਕੋਈ ਕੰਮ ਰੋਕ ਲਓ। ਮੈਂ ਤੁਹਾਨੂੰ ਸੁਝਾਅ ਦੇ ਦੂੰਗਾ ਰੋਕਣੇ ਜਿਹੜਾ ਕੋਈ ਐਮਰਜੈਂਸੀ ਉਹ ਕਰਨਾ ਚਾਹੀਦਾ। ਆਹ ਕੰਮ ਰੋਕ ਲਓ, ਪਹਿਲਾਂ ਕਰ ਲਓ। ਇਹੋ ਜਿਹਾ ਕੋਈ ਐਮਰਜੈਂਸੀ ਹੈਗਾ ਉਹ ਜ਼ਰੂਰ ਕਰਨਾ ਚਾਹੀਦਾ। ਆਪਾਂ 50,000 ਦਾ ਕੰਮ ਪਹਿਲਾਂ ਕਰ ਲੈ, ਪਹਿਲਾਂ 1000 ਵਾਲਾ ਪਹਿਲਾਂ ਕਰ।
ਮੈਂ ਤੁਹਾਨੂੰ ਸੁਝਾਅ ਦੇ ਦੂੰਗਾ, ਮੇਰੇ ਕੋਲ ਮੇਰੇ ਨਾਲ ਬਹਿ ਕੇ ਡਿਸਕਸ ਕਰ ਲਓ। ਰਿਪਲਾਈ ਲੈ ਲਓ ਜੀ, ਜਿਹੜੇ ਏਜੰਸੀ ਦੇ ਕੰਮ ਹੈ, ਏਜੰਸੀ ਦੇ ਰਿਪੇਅਰ ਦੇ ਆ, ਉਹਨਾਂ ਦੀ ਸਾਡੇ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ। ਸਾਡੇ ਹੁੰਦੇ ਹੀ ਨਹੀਂ, ਤੁਸੀਂ ਕਿਹਨੂੰ ਕਮੀ ਨਹੀਂ, ਫਿਰ ਕਿਹਦਾ ਕਮੀ ਹੈਗੀ ਹੈ ਨਾ ਆਪਣੀ। ਨਹੀਂ, ਜਿਹੜੀ ਤਾਂ ਥੋੜੇ ਰਿਪੇਅਰ ਦੀ ਮੈਂ ਗੱਲ ਕਰਦੀ ਹਾਂ, ਢੱਕਣ ਨੂੰ ਚੱਕਰ ਵਾਲੇ ਆ ਜਾਂ ਕੋਈ ਰੋਡ ਵਾਲੇ ਸਾਰੇ ਜਿਹੜੇ ਮੀਆਂ ਜੋਨ ਢੱਕਣ ਟੁੱਟ ਗਏ, ਮੈਂ ਤਾਂ ਉਹਨਾਂ ਦੀ ਗੱਲ ਕਰਦਾ, ਉਹ ਚ ਬੰਦਾ ਟਿਕ ਗਿਆ, ਨਾ ਤਾਂ ਸਾਡਾ ਸੀਵਰ ਖੋਲਦਾ ਨਾ ਉਹਨੇ ਢੱਕਣ ਲੱਗਿਆ, ਅਸੀਂ ਕਿੱਧਰ ਮਰੀਏ ਆ ਤਾਂ ਦੱਸ ਦਿਓ। ਜਿਆਦਾ ਸਾਡਾ ਸਟੀਮਾ ਲੈ ਲਓ, ਮੈਨੂੰ ਤਾਂ ਲੈ ਲਓ, ਅੱਜ ਮੈਂ ਤਾਂ ਦੇ ਦਿਓ। ਤੁਹਾਨੂੰ ਸਰਕਾਰੀ ਕਿੰਨੀ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਸਾਡੇ। ਕਿਹੜੇ ਢੱਕੇ ਨੂੰ ਤਾਂ ਪੁੱਛੋ ਕਿਹੜੇ ਜੈਸਾ ਕਿ ਜਿਹੜੇ ਤੁਹਾਡੇ ਕੋਲੇ ਜਿਹੜੇ ਕੋਈ ਇਹੋ ਜਿਹੇ ਕੰਮ ਹੈ ਮੈਨੂੰ ਨੋਟ ਕਰਵਾ ਦਿਓ, ਥੋੜੇ ਐਸੇ ਵੀਕ ਦੇ ਵਿੱਚ ਪੂਰੇ ਕਰੋ। ਠੀਕ ਹੈ ਜੀ, ਧੰਨਵਾਦ। ਉਹ ਪਹਿਲਾਂ ਏਜੰਡਾ ਕਰ ਲਓ ਯਾਰ। ਛੋਟੀ ਜਿਹੀ ਗੱਲ ਹੈ ਜੀ, ਸੀਵਰੇਜ ਡਿਪਾਰਟਮੈਂਟ ਅਸ਼ਵਨੀ ਜੀ ਐਕਸ਼ਨ ਸਾਹਿਬ ਬੈਠੇ ਆ। ਕਰ ਲਓ ਫਿਰ ਸਾਰੇ। ਇੱਕ ਛੋਟੀ ਜਿਹੀ ਗੱਲ ਹੈ ਜੀ, ਮੇਰੇ ਵਾਰਡ ਦੇ ਵਿੱਚ ਇੱਕ ਤਾਂ ਸੁੱਚਾ ਸਿੰਘ ਨਗਰ ਦੇ ਵਿੱਚ 14 ਨੰਬਰ ਗਲੀ ਪਿਛਲੇ 1.5 ਸਾਲ ਤੋਂ ਪੈਂਡਿੰਗ ਪਈ ਹੈ। ਸੀਵਰੇਜ ਬੋਰਡ ਨੇ ਉਹ ਗਲੀ ਗਲਤ ਲਾਤੀ, ਸਲੋਪ ਗਲਤ ਬਣਾਤੀ, ਹਾਲੇ ਤੱਕ ਉਹ ਠੀਕ ਨਹੀਂ ਕੀਤੀ। 1.5 ਸਾਲ ਹੋ ਗਿਆ। ਸੀਵਰੇਜ ਡਿਪਾਰਟਮੈਂਟ ਦੀ ਗਲਤੀ ਹੈ, ਸੀਵਰੇਜ ਡਿਪਾਰਟਮੈਂਟ ਨੇ ਗਲੀ ਗਲਤ ਲਾਤੀ ਹੈ, ਉਹਦਾ ਨਤੀਜਾ ਲੋਕ ਕਰਕੇ ਲੈ ਲਿਆ। ਅਸੀਂ ਬੱਚੇ ਕਰੀਏ 500 ਫੁੱਟ ਦੇ ਏਜੰਡਾ ਨੰਬਰ 2 ਜੀ ਐਫਸੀਸੀ ਦੀ ਮੀਟਿੰਗ ਸੀਸੀ ਠੀਕ ਹੈ ਜੀ, ਨੋਟ ਕਰੀ ਜਾਓ। ਭਾਈ ਜੀ ਤੁਹਾਨੂੰ ਵੀ ਰੋਕਿਆ ਨਹੀਂ ਸਾਰੇ ਸਰਵੇ ਸੀ ਇਹ ਕਿਹਾ ਵੀ ਕੱਲੇ ਨਹੀਂ ਬੋਲੀਏ ਨਾ, ਸਾਡੇ ਇੰਨੇ ਅਸੀਂ ਬੰਦੇ ਨਾਲ ਨਿਕਲੇ ਸੀ। ਅਸੀਂ ਕੰਮ ਨਹੀਂ ਸੀ, ਤੁਸੀਂ ਆਪਣੇ ਕੰਮ ਦੱਸਣ ਦਿਓ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਗੱਲਾਂ ਕੁਛ ਨਹੀਂ ਪਿਆ, ਇਹ ਲੋਕਾਂ ਦਾ ਨੁਕਸਾਨ ਹੋ ਰਿਹਾ। ਦੇ ਵਿੱਚ ਬੀ ਰੋਡ ਦੇ ਵਿੱਚ 1 ਕਿਲੋਮੀਟਰ ਦਾ ਸਿਵਰ ਬਣਨਾ ਹੈ। 1 ਸਾਲ ਤੋਂ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰ ਰਿਹਾ, ਉਹ ਸਿਵਰ ਬਹੁਤ ਨਹੀਂ ਕਰਦੇ ਜੀ, ਲੋਕਾਂ ਦੀ ਕੋਠੀਆਂ 'ਚ ਪਾਣੀ ਦੇ ਰਿਹਾ, ਉਹ ਜ਼ਰੂਰੀ ਹੈ। ਧੰਨਵਾਦ ਸਰ ਵਾਰਡ ਨੂੰ ਪੈੜੀ ਦਾ ਮੇਨ ਰੋਡ ਦਾ ਸੀਵਰੇਜ ਦੀ ਗੱਲ ਕੀਤੀ ਹੈ, ਆਫਿਸ ਸਾਡੀ ਹਾਂਜੀ ਐਕਚੁਅਲ ਬੰਦਾ ਜਿਹੜਾ ਅੱਛਾ ਪਤਾਲੀਆ ਰੋਡ ਤੇ ਵੀ ਸੇਮ ਪ੍ਰੋਬਲਮ ਹੈ ਕਿਉਂਕਿ ਬਾਕੀ ਸੀਵਰੇਜ ਦੀ ਵਾਟਰ ਸਪਲਾਈ ਦੀ ਮੇਨ ਸਮਝਦਾਰ ਬੰਦਾ ਦੀ ਗੱਲ ਜਾਵੇ ਨਾ ਉਹੀ ਅੱਛਾ ਬਾਕੀ ਗੱਲ ਕਰੂੰਗਾ ਜੀ ਸੌਰੀ ਨਹੀਂ ਜਿਨ੍ਹਾਂ ਦੇ ਘਰੇ ਦਾਣੇ ਹੁੰਦੇ ਉਹਨਾਂ ਦੇ ਕੰਮ ਵਿੱਚ ਆਏ ਇਹ ਤੋਂ ਪਹਿਲਾਂ ਮੰਤਰੀ ਸਾਹਿਬ ਦੇ ਨਾਲ ਮੰਤਰੀ ਬਾਦਲ ਹਰ ਮਹੀਨੇ ਕੁਝ ਨਾ ਕੁਝ ਲੈ ਕੇ ਆਉਂਦੇ ਸੀ। ਠੀਕ ਹੈ, ਅੱਜ ਆਪਾਂ ਨੂੰ ਨਿਗਮ ਵਾਲਿਆਂ ਨੂੰ ਆਪਾਂ ਤਨਖਾਹਾਂ ਦੇ ਸਕਦੇ ਹਾਂ ਜਾਂ ਮੇਨਟੇਨੈਂਸ ਕਰਾ ਸਕਦੇ ਹਾਂ ਮਾੜੀ ਮੋਟੀ। ਅੱਜ ਸਾਨੂੰ ਫੰਡਾਂ ਦੀ ਕਮੀ ਹੈ ਤੇ ਲੜਾਈ ਜਦੋਂ ਘਰੇ ਪੈਸੇ ਮੁੱਕ ਜਾਂਦੇ ਲੜਾਈ ਤਾਂ ਪਈ ਜਾਂਦੀ ਹੈ। ਠੀਕ
ਠੀਕ ਹੈ ਜੀ। ਆਹ ਕਾਰਨ ਹੈ ਵੀ ਹੁਣ ਉਹ ਝਾਕੀ ਇਹਦਾ ਨਵੇਂ ਦੇ ਮੁੱਦੇ ਨਹੀਂ ਹੁੰਦਾ। ਇਹਦੇ ਸਾਰੀਆਂ ਕਮੇਟੀਆਂ ਦੇ ਵਿੱਚ ਅਸੀਂ ਇਸ ਕਮੇਟੀ ਨੇ ਹਾਊਸ ਨੇ ਪਤਾ ਬਾਤ ਕਰਕੇ ਭੇਜਿਆ ਸੀ ਸ਼ਹਿਰ ਦੀ ਹੱਦਬੰਦੀ ਨੂੰ ਵਧਾਉਣ ਲਈ। ਉਹਦੇ ਵਿੱਚ ਇੱਕ ਸਬ ਕਮੇਟੀ ਬਣਾਈ ਸਾਡੇ ਮਾਨਯੋਗ ਮੈਂਬਰ ਸਾਹਿਬਾਨ ਦੀ। ਮੈਨੂੰ ਦੁਨੀਆ ਮੈਂਬਰ ਸਾਹਿਬਾਨ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਆਪਣੀ ਰਿਪੋਰਟ ਤਾਂ ਬਣਾਤੀ ਸੀ ਪਰ ਉਹਦੇ ਸ਼ਾਇਦ ਉਹਨਾਂ ਦੀ ਸਿਗਨੇਚਰ ਨਹੀਂ ਹੋਈ ਸੀ। ਮੈਨੂੰ ਅੱਗੇ ਇਹ ਪਤਾ ਲੱਗਿਆ ਵੀ ਉਹ ਰਿਪੋਰਟ ਹੈ ਜਿਹੜੀ ਹੱਦਬੰਦੀ ਵਧਾਉਣ ਵਾਲੀ, ਉਹ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਸੀ ਬਿਨਾਂ ਹਾਊਸ ਦੀ ਜਾਣਕਾਰੀ ਸਮੁੱਚੇ ਹਾਊਸ ਨੂੰ ਜਿਹੜੇ ਮੇਰੇ ਮੈਂਬਰ ਸਾਹਿਬਾਨ ਉਸ ਕਮੇਟੀ ਦੇ ਉਹਨਾਂ ਨੂੰ ਵੀ ਸ਼ਾਇਦ ਪਤਾ ਹੋਣਾ ਅਸੀਂ ਭੇਜ ਚੁੱਕੇ ਹਾਂ। ਉਹਦੇ ਤੇ 3 ਰਿਐਕਸ਼ਨ ਲਾ ਕੇ ਆ ਚੁੱਕੇ ਨੇ। ਉਹਦਾ ਮਾਨਯੋਗ ਡਾਇਰੈਕਟਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਰਿਐਕਸ਼ਨ ਲਾਤਾ। ਜੋ ਅਪਰੂਵ ਹੋ ਜਾਂਦੀ ਹੱਦਬੰਦੀ ਤੇ ਸਮੁੱਚਾ ਉਦੋਂ ਤੋਂ ਸਾਡੀ ਜਾਣਕਾਰੀ ਤੋਂ ਵਾਂਝੇ ਰਹਿ ਜਾਂਦਾ। ਇਹ ਕਿਹੜੇ ਅਫਸਰ ਦੀ ਨਕਲੀ ਏਜੰਸੀ ਹੈ? ਇਹ ਮੈਡਮ ਕਮਿਸ਼ਨ ਦੀ ਤੁਹਾਡੇ ਧਿਆਨ ਵਿੱਚ ਆਉਣ ਦਾ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਸ਼ਹਿਰ ਦੀ ਹੱਦਬੰਦੀ ਬਣਾਉਣੀ ਬਹੁਤ ਵੱਡਾ ਮੁੱਦਾ ਛੋਟਾ ਮੁੱਦਾ ਨਹੀਂ ਹੈਗਾ। ਇਹ ਨੋਟ ਕਰਨਾ ਵੀ ਬਿਨਾਂ ਹਾਊਸ ਦੀ ਪ੍ਰਵਾਨਗੀ ਤੋਂ ਨਾ ਭੇਜੀ ਜਾ। ਨੰਬਰ ਭੇਜੀ ਕਿਉਂ? ਭੇਜੀ ਕਿਉਂ ਮੈਡਮ ਮਾਸਟਰ ਜੀ? ਕਿਉਂ ਉਹਦਾ ਵੀ ਠੀਕ ਹੈ। ਸਾਰੇ ਮੈਂਬਰਾਂ ਦੇ ਅੱਖਾਂ ਘਟਾ ਪਾਇਆ ਗਿਆ ਕਿਉਂ ਪਾਇਆ ਗਿਆ? ਜੀ ਮਜਬੂਰੀ ਸੀ ਕਿ ਐਮਰਜੈਂਸੀ ਸੀ। ਠੀਕ ਹੈ ਪਲੀਜ਼ ਮੈਂ ਜੀ ਸਾਡੀ ਪ੍ਰੈਸ ਨੂੰ ਕਹੂੰਗਾ ਕਿ ਇਸ ਮੁੱਦੇ ਨੂੰ ਪਲੀਜ਼ ਕੱਲ ਨੂੰ ਹਾਈਲਾਈਟ ਕਰਿਓ ਕਿਉਂਕਿ ਬਹੁਤ ਨੈਗੇਟਿਵ ਹੋਈ ਹੈ। ਇੱਕ ਮੈਂ ਹੋਰ ਸਰ ਮੈਡਮ ਪਿਛਲੇ ਤੁਹਾਡੇ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ ਜੋ ਟੋਟਲ ਸਾਰਾ ਸਿਵਲ ਇੰਜੀਨੀਅਰ ਹੈ ਕਾਰਪੋਰੇਸ਼ਨ ਡੀਸੀ ਆਫਿਸ ਦੇ ਆਸੇ ਪਾਸੇ ਹੈ ਉਹ ਸਾਰਾ ਪੀਡੀਏ ਨੇ ਪੂਰਾ ਨੇ ਪਲਾਨ ਕਰ ਲਿਆ। ਉਹ ਡੈਮੋਲਿਸ਼ ਹੋ ਗਿਆ ਸਰ। ਉਹ ਕਿਸੇ ਪ੍ਰਾਈਵੇਟ ਕੰਪਨੀ ਨੂੰ ਸਰਕਾਰ ਨੇ ਸੀਐਮ ਸਾਹਿਬ ਹੋ ਗਿਆ ਤੁਹਾਨੂੰ ਪਤਾ ਲੱਗਿਆ ਵੀ ਉਹ ਦੇ ਰਹੀ ਹੈ ਪੀਡੀਏ ਸ਼ੇਅਰ ਕਰ ਰਹੀ ਹੈ। ਜੇਕਰ ਉਸ ਏਰੀਆ ਦਾ ਲੈਵਲ ਉੱਪਰ ਚੱਕਿਆ ਜਾਂਦਾ ਕਿਉਂਕਿ ਜੋ ਪ੍ਰਾਈਵੇਟ ਕੰਪਨੀ ਹੋਗੀ ਉਹਦਾ ਲੈਵਲ ਚੱਕੂ ਬਿਲਡਿੰਗ ਬਣਾਉਗੀ ਉਹ ਚੇਂਜ ਕਰੂਗੀ। ਜੇਕਰ ਉਸ ਲੈਵਲ ਏਰੀਆ ਦਾ ਲੈਵਲ ਚੱਕਿਆ ਜਾਂਦਾ ਪਾਵਰ ਹਾਊਸ ਰੋਡ ਭਾਗੂ ਰੋਡ ਸ਼ਾਂਤ ਨਗਰ ਫੇਸ 3 ਫੇਸ 2 ਸਾਰੇ ਹੀ ਸਾਰੇ ਡੁੱਬ ਜਾਣਗੇ। ਇਸ ਲਈ ਮੈਂ ਮੈਡਮ ਤੁਹਾਨੂੰ ਜਲਦੀ ਤੋਂ ਜਲਦੀ ਰਿਕਵੈਸਟ ਕਰਦਾ ਵੀ ਉਹਦੀ ਕੋਈ ਵੀ ਜਿਹੜੀ ਪਲੈਨਿੰਗ ਹੈ ਮੈਂ ਸਾਰੇ ਸਮੁੱਚੇ ਹਾਊਸ ਨੂੰ ਬੇਨਤੀ ਕਰਦਾ ਕਿ ਸਾਡੇ ਸਮੁੱਚੇ ਹਾਊਸ ਨੂੰ ਸ਼ਾਮਲ ਕਰਕੇ ਬੀਡੀਏ ਉਹਦਾ ਵੀ ਨਕਸ਼ਾਨਾਬਾਦ ਕਾਰਪੋਰੇਸ਼ਨ ਨਕਸ਼ਾਨਾਬਾਦ ਕਰੇ ਤੇ ਪਲੈਨਿੰਗ ਤੋਂ ਪਹਿਲਾਂ ਸਾਡੇ ਤੁਹਾਨੂੰ ਬੱਚੋਂ ਦੇ ਸ਼ਾਮਲ ਕੀਤਾ ਬਹੁਤ ਵੱਡਾ ਮੁੱਦਾ ਜੀ। ਸ਼ਹਿਰ ਦਾ ਬਹੁਤ ਵੱਡਾ ਏਰੀਆ ਔਸ਼ ਏਰੀਆ ਇੱਕ ਸਾਡਾ ਕੇ ਪੁਆਇੰਟ ਦੀਆਂ ਜਿਹੜੀਆਂ ਮੋਟਰਾਂ ਹੈ ਜੀ ਜਿਹੜੀ ਉਹ ਪਾਈਪ ਹੈ ਲਾਸਟ ਦੀ ਗੱਲ ਨਾ ਕਰੋ ਲਾਸਟ ਦੀ ਗੱਲ ਕਰ ਕੋਈ ਨਹੀਂ ਤੁਸੀਂ ਬਾਅਦ ਤੁਹਾਡੇ ਕੋਲ ਕੰਮ ਹੈ ਆਰਡਰ ਕਰਦੇ ਕੰਮ ਪਹਿਲੇ ਹੀ ਕਰਦਾ ਕਰੋ ਰੋਜ਼ ਨਾ ਮੈਂ ਇੱਕ ਮੇਰੀ ਬੇਨਤੀ ਹੈ ਕੇ ਪੁਆਇੰਟ ਤੇ ਜਿਹੜੀ ਆਪਾਂ 48 ਇੰਚ ਪਾਈਪ ਪਾਈ ਉਹ ਦੀ ਗੱਲ ਸਾਨੂੰ ਉੱਥੇ 3 ਮੋਟਰਾਂ ਹੋਰ 100 ਹਸਪਤਾਲ ਦੀਆਂ 2 ਹਸਪਤਾਲ ਦੀਆਂ ਮੈਨੂੰ ਪਤਾ ਲੱਗਿਆ ਘਰਾਂ ਤੋਂ ਲੱਗਣੀਆਂ ਸੀ। ਉਹ ਕਿਉਂ ਲੇਟ ਹੋ ਗਈਆਂ ਬਰਸਾਤਾਂ ਦੇ ਕਿਲੋ ਦੀ ਜਾਣਦੇ। ਥੈਂਕ ਯੂ। ਉਹਦਾ ਅਸੀਂ ਐਸਟੀਮੇਟ ਬਣਾਇਆ ਸੀ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ। ਉਦੋਂ ਵੀ ਸ਼ਾਇਦ 3-4 ਮਹੀਨੇ ਪਹਿਲਾਂ ਬਣਾਇਆ ਹੋਇਆ ਟੈਂਡਰ ਕਾਲ ਕਰਕੇ ਉਸ ਤੋਂ ਬਾਅਦ FIDC ਦੇ ਵੀ ਏਜੰਡਾ ਭੇਜਿਆ ਸੀ ਜਿਸ ਦੇ ਏਜੰਡਾ ਚਲਾ ਗਿਆ ਪਾਸ ਹੋਣ ਤੋਂ ਬਾਅਦ ਅਸੀਂ ਤੁਰੰਤ ਕੰਮ ਸ਼ੁਰੂ ਕਰ ਦਿੱਤਾ। ਲੇਕਿਨ ਉਹ ਇਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਵੀ ਡੇਟ ਕੇ ਕੰਮ ਤਾਂ ਕੋਈ ਡੇਟ ਨਾਲ ਨਹੀਂ ਹੋਣੀ ਹੈ। ਉਹਨੂੰ ਉਸ ਨੂੰ ਲਗਭਗ ਸਾਨੂੰ ਵਾਲੇ 2 ਮਹੀਨੇ ਹੋਰ ਲੱਗਣਗੇ ਜਦੋਂ ਮੋਟਰਾਂ ਉੱਤੇ ਲੱਗਣਗੇ ਅੱਗੇ ਭਾਈ ਕੰਮ ਚੱਲ ਰਿਹਾ ਬਹੁਤ ਸਮੁੱਚੇ ਹਾਊਸ ਨੂੰ ਬੇਨਤੀ ਹੈ ਸਾਥੀਓ ਆ ਜਿਹੜਾ ਸਿਵਲ ਲਾਈਨ ਵਾਲਾ ਇਹਨੂੰ ਮੈਂ ਮਾਸਟਰੀ ਮਜੀਦ ਪਾਸ ਕਰਕੇ ਅੱਜ ਜਗ੍ਹਾ ਬਣਾ ਕੇ ਵੀਡੀਓ ਨੂੰ ਭੇਜ ਦਿੱਤਾ ਜਾਵੇ ਕਿਉਂਕਿ ਜਦੋਂ ਆਪਾਂ ਜਗ੍ਹਾ ਬਣਾ ਕੇ ਭੇਜ ਸਕਦੇ ਸਾਨੂੰ ਉਹਦੀ ਪਾਰਟੀ ਰੱਖਿਆ ਜਾਵੇ ਤਾਂ ਆਪਾਂ ਨੂੰ ਉਹਦਾ ਫਾਇਦਾ ਹੋਊਗਾ। ਮੈਂ ਪਲੀਜ਼ ਇਹ ਜ਼ਰੂਰੀ ਠੀਕ ਹੈ। ਸਾਹਿਬ ਪਹਿਲਾਂ ਵੀ ਅਸੀਂ ਬੜੀ ਲੰਬੀ ਬਹਿਸ ਕੀਤੀ ਹੈ
ਗੱਲਾਂ ਦਾ ਕੰਮ ਤਾਂ ਹੋਈ ਹੈਗੇ, ਉਸ ਤੋਂ ਬਿਨਾਂ ਦੋ ਛੋਟੇ ਕੰਮ ਆ ਸਾਡੇ ਜਿਹੜੇ ਜਿਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਫੀ ਤੁਹਾਡਾ ਵੀ ਵਾਰਡ ਨਾਲ ਲੱਗਦਾ ਤੇ ਮੇਰਾ ਵੀ ਗਲੀ ਨੰਬਰ 3 ਬੀਬੀ ਵਾਲਾ ਰੋਡ ਜਿਹੜੇ ਬਖਸ਼ਿਆ ਪਰ ਉੱਤੇ ਇੱਕ ਆਪਣਾ ਪਾਰਕ ਦਾ ਕੋਈ ਰੋਡ ਚੱਲਦਾ, ਕੁਝ ਕੂੜੇ ਦਾ ਆਪਣਾ ਡੰਪ ਲਾਇਆ ਹੋਇਆ। ਉਹ ਤੁਹਾਡੇ ਕੋਲ ਵੀ ਉਨੀ ਕੰਪਲੇਂਟ ਤੁਹਾਡੇ ਵਾਰਡ ਦੇ ਲੋਕਾਂ ਦੀ ਸਾਂਝੀ ਗਲੀ ਹੋਣ ਕਰਕੇ ਉਹਨੇ ਮੇਰੀ ਹੋਊਗਾ। ਇੱਕ ਪਾਸੇ ਪਾਰਕ ਬਣੀ ਹੋਈ ਹੈਗੀ, ਬਹੁਤ ਵੱਡੀ ਪਾਰਕ ਹੈ ਉਹ, ਤੇ ਲੋਕ ਉੱਥੇ ਸੈਰ ਕਰਨ ਲਈ ਜਾਂਦੇ ਆ, ਬਜ਼ੁਰਗ ਬੱਚੇ, ਤੇ ਉਹਦੇ ਨਾਲ ਦੀ ਜਿਹੜੀ ਹੈਗੀ ਆ ਆਪਣਾ ਕੂੜੇ ਦਾ ਡੰਪ ਆ, ਉਹ ਜਿਹੜਾ ਕੂੜਾ ਉੱਡ ਕੇ ਵਿੱਚ ਉਹਦੇ ਜਾਂਦਾ। ਕਰੋਨਾ ਦੌਰਾਨ ਵੀ ਇਹੀ ਹਾਲਾਤ ਸੀਗੇ, ਸਿਆਣੇ ਬੰਦੇ ਉੱਥੇ ਕੂੜਾ ਚੁੱਕਦੇ ਰਹਿੰਦੇ ਵੀ ਉਹ ਡੰਪ ਦਾ ਕਿਤੇ ਹੋਰ ਸਿਸਟਮ ਕੀਤਾ ਜਾਵੇ, ਕਿਉਂਕਿ ਉਹ ਨਾ ਤਾਂ ਕੋਈ ਨਗਰ ਦੀ ਪ੍ਰਾਪਰਟੀ ਆ, ਤੇ ਇੱਕ ਦੂਸਰਾ ਪ੍ਰਾਂਤ ਜਿਹੜਾ ਉਹਦੇ ਵਿੱਚ ਸੈੱਟ ਕੇ ਆਪਾਂ ਨੂੰ ਬੜੀ ਵੱਡੀ ਪ੍ਰੋਬਲਮ। ਦੂਸਰਾ ਜਿਸ ਤਰ੍ਹਾਂ ਮੇਰੇ ਵੀਰ ਰਾਜੂ ਸਰਾਂ ਨੇ ਗੱਲ ਕੀਤੀ ਹੈ ਵੀ ਜਿਹੜਾ ਮੁੱਦਾ ਇਹਨਾਂ ਨੇ ਬਿਲਕੁਲ ਸਹੀ ਗੱਲ ਆ, ਉਹਦੀ ਜਿੱਥੇ ਉਹਨਾਂ ਨੇੜੇ ਦੇ ਏਰੀਆ ਨੂੰ ਸਮੱਸਿਆ ਉਹ ਵਰਤਿਆਂ ਨੂੰ ਬਹੁਤ ਸਮੱਸਿਆ ਹੋ। ਇਹਦੇ ਨਾਲ ਹੀ ਰਿਲੇਟਡ ਇੱਕ ਹੋਰ ਵੀ ਮੁੱਦਾ ਸਾਰੇ ਸਮੁੱਚੇ ਉਸ ਤੋਂ ਮੈਂ ਮੰਗ ਕਰਦਾ ਕਿ ਉਹਦੇ ਮਤਾ ਪਾਸ ਕੀਤਾ ਜਾਵੇ। ਜਿਸ ਤਰ੍ਹਾਂ ਸਾਡੇ ਸ਼ਹਿਰ ਦੇ ਜਿਹੜੇ ਕਲੈਕਟਰੇਟ ਆ ਇਹ ਬੜੇ 500 ਗੁਣਾ ਵੱਧ ਚੁੱਕੇ ਨੇ। ਮੈਂ ਸਾਰੇ ਹਾਊਸ ਨੂੰ ਮੰਗ ਕਰੂੰਗਾ ਵੀ ਇਹਦੇ ਤੇ ਮਤਾ ਪਾ ਕੇ ਭੇਜਿਆ ਜਾਵੇ ਵੀ ਜਿਹੜੇ ਸਰਕਾਰਾਂ ਅਕਸਰ ਹੀ ਕਲੈਕਟਰੇਟ ਬਣਾਉਂਦੀਆਂ 10 ਜਾਂ 15% ਜਾਂ ਕੋਈ ਵੀ ਜੋ ਵਾਜਬ ਹੁੰਦਾ, ਪਰ ਇੱਥੇ ਆਪਣੇ ਜਿਹੜੇ ਡੀਸੀ ਸਾਹਿਬ ਦੇ ਵਜੋਂ ਕਿਉਂ ਦੇਖੋ ਮੰਤਰੀ ਸਾਹਿਬ ਵੀ ਜਿਹੜੇ ਸਰਕਾਰ ਦੇ ਮੰਤਰੀ ਆ ਉਹਨਾਂ ਨੇ ਵੀ ਬਿਆਨ ਦਿੱਤਾ ਵੀ ਅਸੀਂ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਆਪਾਂ ਸ਼ਹਿਰ ਦੇ 50 ਮੈਂਬਰ ਇੱਥੇ ਬੈਠੇ ਆ, ਸ਼ਹਿਰ ਦੀ ਚੁਣੇ ਹੋਏ ਨੁਮਾਇੰਦੇ ਆ, ਆਪਾਂ ਵੀ ਲੋਕਾਂ ਦੀ ਆਵਾਜ਼ ਲੈ ਕੇ ਜਾਣੀ ਆ। ਸਾਡੇ ਪ੍ਰਾਪਰਟੀ ਵੀਰ ਜਿਹੜੇ ਡੀਲਰ ਆ ਉਹ ਧਰਨੇ ਤੇ ਬੈਠੇ ਆ, ਹੋਰ ਬੜੇ ਲੋਕ ਬੈਠੇ। ਮੈਂ ਕਹਿੰਦਾ ਵੀ ਇਹਦਾ ਵੀ ਇੱਕ ਅੱਜ ਮਜੀਦ ਪਾ ਕੇ ਮਤਾ ਪਾਸ ਕਰਕੇ ਭੇਜਿਆ ਜਾਵੇ ਡੀਸੀ ਸਾਹਿਬ ਨੂੰ, ਸਰਕਾਰ ਨੂੰ। ਜਿਹੜੇ ਰੇਟ ਵਧੇ ਇੱਕ ਵਾਜਬ ਰੇਟ 10% ਜਾਂ 15% ਜੋ ਵੀ ਪਿਛਲੀਆਂ ਸਰਕਾਰਾਂ ਵਧਾਉਂਦੀਆਂ ਨੇ ਉਸੇ ਹਿਸਾਬ ਨਾਲ ਵਧਣ। ਜੋ ਅੱਜ ਵਧਾਇਆ ਗਿਆ 500% ਜਾਂ ਡਬਲ ਤੋਂ ਵੀ ਉੱਪਰ ਟੱਪ ਗਿਆ, ਇਹ ਜਿਹੜਾ ਨਿੰਦਣਯੋਗ ਹੈ। ਹਾਂਜੀ ਇਹ ਤੇ ਜ਼ਰੂਰ ਸਾਰੇ ਹਾਊਸ ਤੋਂ ਜੇ ਕਿਸੇ ਨੂੰ ਇਤਰਾਜ਼ ਹੋਊਗਾ ਤਾਂ ਸਾਰੇ ਮੈਂਬਰ ਸਾਹਿਬਾਨ ਦਾ। ਮੈਮ ਦੂਸਰੀ ਗੱਲ ਇਹ ਹੈ ਵੀ ਛੋਟੇ ਮੁੱਦੇ ਆ ਗਏ। ਮੇਰੇ ਸਾਹਿਬ ਤੁਸੀਂ ਗਏ ਸੀਗੇ ਡੀਏਵੀ ਕਾਲਜ ਦੇ ਜਿਹੜਾ ਪਾਣੀ ਦਾ ਮੁੱਦਾ ਬਹੁਤ ਗੰਭੀਰ ਹੈ ਜੀ, ਉੱਥੇ ਕਈ ਵਾਰ ਐਕਸੀਡੈਂਟ ਵੀ ਹੋ ਚੁੱਕੇ ਹੈਗੇ। ਤੁਸੀਂ ਉੱਥੇ ਜਿਸ ਤਰ੍ਹਾਂ ਭਾਸਕਰ ਦਾ ਰੂਟ ਪ੍ਰੋਗਰਾਮ 'ਚ ਸ਼ੌਕੀ ਤੁਸੀਂ ਗਏ ਸੀਗੇ ਪ੍ਰਧਾਨ ਸਾਹਿਬ, ਉਹ ਜਿਹੜਾ ਪਾਣੀ ਦਾ ਹੈਗਾ ਉਹਦੇ 'ਚ ਇੱਕ ਪਾਈਪ ਪਾ ਕੇ ਉਹਨੂੰ ਡੀਏਵੀ ਕਾਲਜ ਜਿਹੜਾ ਆਪਣਾ ਪਾਉਂਡ ਹੈਗਾ ਉਹ ਪਹਿਲਾਂ ਪਾਉਂਡ ਦਾ ਘੱਟ ਡੂੰਘਾ ਸੀ, ਉਹਨੂੰ ਬਹੁਤ ਡੂੰਘਾ ਹੋ ਚੁੱਕਿਆ ਹੈਗਾ। ਅਸੀਂ ਕਹਿੰਦੇ ਵੀ ਉਹ ਡੀਏਵੀ ਕਾਲਜ ਦੀ ਜਿਹੜੀ ਗੈਲਰੀ ਹੈ ਉਹਦੀ ਬਿਜਲੀ ਪਾ ਕੇ ਪਾਈਪ 12 ਇੰਚੀ ਉਹਨੂੰ ਪਾਉਂਡ ਦਾ ਨਾਲ ਉਹਦਾ ਏਰੀਆ ਸਾਰਾ ਕਲੀਨ ਹੋ ਜਾਊਗਾ। ਉਹ ਪਾਣੀ ਜਿਹੜਾ ਉਹ ਛੱਪੜ ਦੇ ਵਿੱਚ ਸਿੱਟਿਆ ਜਾਵੇ। ਉਹ ਪਹਿਲੇ ਪਾਈ ਪਾਣੀ ਚੱਲਦੀ ਰਹੀ ਚੈੱਕ ਕਰਾ ਲਓ ਪਲੀਜ਼। ਉਹ ਪਤਾ ਕੀ ਆਪਣੀ ਸੀਵਰ ਦੀ ਪਾਈਪ ਆ ਉਹ ਲੋਕਲ ਪਾਈਪ ਕੱਲੇ ਉਹਦੇ ਗੇਟ ਤੋਂ ਪਾਈ ਕੱਲੇ ਗੇਟ ਤੋਂ ਪਾਈ ਹੋਈ ਆ, ਉਹਨਾਂ ਨੂੰ ਚੈੱਕ ਕਰਾਉਣਾ ਕਿਉਂ ਬਣਦਾ ਹੈ। ਅਦਰਵਾਈਜ਼ ਪਾਈਪ ਪਹਿਲਾਂ ਪਾਈ ਹੋਈ ਆਪਣੀ 12 ਇੰਚ ਦੀ ਪਾਈਪ ਪਾਈ ਹੋਈ ਹੈ, ਉਹਨਾਂ ਨੂੰ ਚੈੱਕ ਕਰਾਉਣਾ ਕਿਉਂ ਬਣਦਾ। ਅਸੀਂ ਸਭ ਤੋਂ ਦੇਖਿਓ ਕਦੋਂ ਵੀ ਮੀਂਹ ਪੈਂਦਾ ਉੱਥੇ 5-5 6 ਦਿਨ ਲੱਗਦਾ ਪਾਣੀ ਪੈਂਦਾ। ਚੈੱਕ ਕਰਾ ਲਿਓ ਮਸਲਾ ਤਾਂ ਮੰਥਲੀ ਤੋਂ ਤੁਸੀਂ ਨਾਲ ਜਾ ਕੇ ਚੈੱਕ ਕਰਾ ਲਿਓ। ਚੈੱਕ ਕਰਾ ਲਿਓ। ਇੱਕ ਸਾਡਾ ਜਿਹੜਾ ਹੋਰ ਹੈਗਾ ਵੀ ਜਿਸ ਤਰ੍ਹਾਂ ਹੁਣੇ ਬਾਈ ਰੰਧਾਵੇ ਦੀ ਗੱਲ ਕੀਤੀ ਸੀ, ਬੰਦਰ ਦਾ ਵੇਲੇ ਸਾਡੇ ਜਿਹੜੇ ਅੰਕਰਵਾਲ ਆ ਉਹਨਾਂ 'ਚ ਸਮੱਸਿਆ ਇਹ ਹੈ ਵੀ ਸਾਡਾ ਏਰੀਆ ਖੁੱਲਿਆ, ਸੜਕਾਂ ਵੀ ਮੰਨ ਲਓ ਸਮੱਸਿਆ ਜਿੱਥੇ ਵਧੀਆ ਏਰੀਆ ਉਹਨਾਂ ਨਾਲ ਸਾਨੂੰ ਸਮੱਸਿਆ ਵੀ ਉੱਥੇ ਸਭ ਤੋਂ ਵੱਧ ਜਿਹੜੇ ਪਸ਼ੂ ਹੈਗੇ ਗਾਈਆਂ ਹੈਗੀਆਂ ਸਾਡੇ, ਜਿਵੇਂ ਸਾਡੇ ਮੇਰੇ 8 ਨੰਬਰ ਵਾਰਡ ਹੋ ਗਿਆ ਜਾਂ ਹੋਰ ਇੱਥੇ ਸਭ ਤੋਂ ਜ਼ਿਆਦਾ ਆਊਟਰ ਏਰੀਆ ਦੇ ਵਿੱਚ ਪਸ਼ੂ ਆ। ਸਾਡੇ ਹੱਥ ਬੰਨ ਕੇ ਬੇਨਤੀ ਵੀ ਇਹਦਾ ਕੋਈ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਿਸ ਤਰ੍ਹਾਂ ਹੁਣ ਪਿਛਲੇ ਦਿਨੀ ਦੇਖੋ ਛੋਟੇ 5 ਸਾਲ ਦੇ 20 ਸਾਲ ਦੇ ਬੱਚਾ ਹੁੰਦੇ ਆ ਉਹ ਕਿਤੇ ਨਾ ਕਿਤੇ ਆਪਾਂ ਉਹਦੇ 'ਚ ਬਲੇਮ ਹੁੰਦਾ। ਇੱਕ ਮੈਂ ਅਸੀਂ ਤਾਂ ਸਾਡੀ ਬੇਨਤੀ ਆ ਵੀ ਜਿਹੜੇ ਬਾਥਰੂਮ ਤੁਸੀਂ ਬਾਹਰ ਦਿੱਤੇ ਹੋਏ ਆ ਠੇਕੇ ਤੇ ਜਾਂ ਆਪਣੀ ਕੋਈ ਕੰਪਨੀ ਕਰਦੀ ਆ, ਦਾਦੀਪੁਰ ਦੀ ਪਾਰਕ ਇੱਕ ਬਹੁਤ ਵੱਡੀ ਪਾਰਕ ਹੈ ਜੀ ਬਰਿੰਡੇ ਦੀ, ਉਹਦੇ ਵਿੱਚ ਮੈਂ ਜੀ ਸਾਹਿਬ ਨੂੰ ਵੀ ਹੋਰ ਵੀ ਜਿਹੜੇ ਸੀਨੀਅਰ ਆਪਣੇ ਅਧਿਕਾਰੀ ਉਹਨਾਂ ਨੂੰ ਬੇਨਤੀ ਕਰ ਚੁੱਕੇ ਆ ਵੀ ਉਹਦੇ ਜਿਹੜੇ ਬਾਥਰੂਮ ਬਣੇ ਉਹਨਾਂ ਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ। ਉੱਥੇ ਜੋ ਬੈਠੇ ਆ ਸਭ ਅਸੀਂ ਉਹਨਾਂ ਨੂੰ ਬਲੇਮ ਨਹੀਂ ਕਰਦੇ ਕਿ ਉਹ ਬਹੁਤ ਗਲਤ ਬੰਦੇ ਆ, ਉਹ ਕੰਮ ਹੀ ਨਹੀਂ ਕਰ ਸਕਦੇ। ਪਲੀਜ਼ ਉਹਦਾ ਕੋਈ ਹੱਲ ਕੀਤਾ ਜਾਵੇ। ਉਹ ਬਾਥਰੂਮਾਂ ਦੀ ਇੰਨੀ ਮਾੜੀ ਹਾਲਾਤ ਆ ਵੀ ਉੱਥੇ ਸਭ ਤੋਂ ਕੋਈ ਪਾਰਕਾਂ ਜਲੰਧਰ ਦੇ ਦਾਦੀਪੁਰ ਦੀ ਪਾਰਕ ਸ਼ਹਿਰ ਦੇ ਸਭ ਤੋਂ ਵੱਧ ਲੋਕ ਆਉਂਦੇ ਆ। ਉਹਦਾ ਐਡਾ ਬੁਰਾ ਹਾਲ ਆ ਵੀ ਆਪਾਂ ਬਾਥਰੂਮਾਂ ਦੇ ਵਿੱਚ ਉਹਦਾ ਵਿੱਚ ਜਾ ਨਹੀਂ ਸਕਦਾ। ਇੱਕ ਉੱਥੇ ਜਿਹੜੀ ਟੈਂਕੀ ਲੱਗੀ ਹੋਈ ਹੈਗੀ ਉਹਦੇ ਤੇ ਮੈਨੂੰ ਲੱਗਦਾ ਵੀ ਲੱਖਾਂ ਲੀਟਰ ਪਾਣੀ ਸਵੇਰ ਤੇ ਸ਼ਾਮ ਮਿਲਦਾ ਗਾ। ਉਹਦੇ ਉੱਤੇ ਅਸੀਂ ਕਹਿ ਕੇ ਵੀ ਰਿਟਰਨ 'ਚ ਵੀ ਦੇ ਗਏ ਵੀ ਉਹਦੇ ਕੋਈ ਗੇਟ ਬਾਹਰ ਲਾ ਦਿਓ ਜੀ, ਉਹਦੇ ਕੋਈ ਕੁਝ ਵੀ ਲਾ ਦਿਓ ਜਿਹੜਾ ਉੱਥੇ ਰਵਾਈ ਹੋਊ ਉਹਦਾ ਹੱਲ ਕਰੇ। ਉੱਥੇ 1 ਲੀਟਰ ਤੇ 1000 ਲੀਟਰ ਪਾਣੀ ਡੇਲੀ ਦੋਨੇ ਟਾਈਮ ਹੋ ਜਾਂਦਾ। ਇੱਕ ਅਸੀਂ ਸਭ ਸਾਡੀ ਬੇਨਤੀ ਵੀ ਜਮਾ ਦਾਦੀਪੁਰ ਦੀ ਪਾਰਕ ਦੇ ਗੇਟ ਦੇ ਬਿਲਕੁਲ ਆਪੋਜ਼ਿਟ ਸਾਹਮਣੇ ਇੱਕ ਮੈਂ ਕਾਫੀ ਵਾਰ ਸਾਡੇ ਪਵਨ ਜੀ ਨੂੰ ਐਸਡੀਓ ਸਾਹਿਬ ਨੂੰ ਸਾਰਿਆਂ ਨੂੰ ਫੋਟੋ ਭੇਜੀਆਂ। ਕਿਹੜੀ ਟੈਂਕੀ ਦੀ ਗੱਲ ਕਰ ਰਹੇ ਜਿਹੜੀ ਉੱਤੇ ਬਾਥਰੂਮ ਦੇ ਉੱਪਰ ਬਣੀ ਆ ਉਹ ਹਰ ਪਾਸੇ ਗੋਲਦੀ ਰਹਿੰਦੀ ਆ, ਉਹਦੇ ਤੋਂ ਕੋਈ ਗੇਟ ਬਾਹਰ ਨਹੀਂ ਕੁਛ ਨਹੀਂ ਲੱਗਿਆ। ਇੱਕ ਬੱਸ ਦੀ ਦਾਦੀਪੁਰ ਦੀ ਪਾਰਕ ਦੇ ਬਿਲਕੁਲ ਆਪੋਜ਼ਿਟ ਇੱਕ 8x8 ਦਾ ਪਤਾ ਨਹੀਂ ਕਾਹਦਾ ਉਹ ਟੋਆ ਬਣਿਆ ਹੋਇਆ ਜੀ, ਉਹ ਨੀਅਰ ਬੋਰਡ ਆਫ ਮੇਰੀ ਹਾਈਟ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਉਹ ਡੂੰਘਾ ਗਾ, ਉਹਦੇ 'ਚ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ। ਮੈਂ ਕਾਫੀ ਵਾਰੀ ਉਹਦੇ ਲਈ ਬੇਨਤੀ ਕਰ ਚੁੱਕਿਆ, ਭੇਜ ਵੀ ਚੁੱਕਿਆ ਗਾ।
ਮੈਸੇਜ ਵੀ ਸਾਰੇ ਅਫਸਰਾਂ ਦੇ ਫੋਨ 'ਚ ਪਏ ਹੋਣਗੇ ਪਰ ਫੋਟੋ ਵੀ ਪਈ ਹੋ ਪਰ ਕੋਈ ਨਹੀਂ ਬੰਦ ਕੀਤਾ ਪਲੀਜ਼। ਇੱਕ ਵਾਰ ਮੈਨੂੰ ਪਹਿਲਾਂ ਹਾਦਸਾ ਵਾਪਰ ਚੁੱਕਾ, ਗੱਡੀ ਡਿੱਗੀ ਸੀ, ਉਹ ਜਿਹੜਾ ਉਹਦੇ ਕੋਈ ਸਨੈਪ ਪਾ ਕੇ ਜੇ ਨਹੀਂ ਕੰਮ ਕਰਦਾ ਉਹਨੂੰ ਬੰਦ ਕਰਾ ਦਿਓ ਜੀ। ਜੇਕਰ ਉਹਦੇ ਕੋਈ ਸਨੈਪ ਪਾਈ ਜਾਵੇ ਉਹ ਜਿਹੜੀਆਂ ਸਾਡੀਆਂ ਇਹ ਮੰਗਾਂ ਨਾ ਇਹਨਾਂ ਨੂੰ ਪਲੀਜ਼ ਪਹਿਲ ਦੇ ਆਧਾਰ ਤੇ ਬਾਕੀ ਜਿਹੜੀ ਅਸਿਆ ਤੁਸੀਂ ਕਿਹਾ ਸੀ ਉਹ ਰੋਜ਼ ਵਾਲੇ ਵਾਲਾ ਤੇ ਸਾਡਾ ਜੌਨ ਵਾਲਾ ਕੰਮ ਪਲੀਜ਼ ਉਹ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਇੱਕ ਫੌਗਿੰਗ ਦਾ ਸ਼ਡਿਊਲ ਵਾਲਾ ਇੰਨੇ ਸਾਰੇ ਸਰਵਰ ਬੈਠੇ ਸਾਨੂੰ ਕਿਸੇ ਕੋਲ ਮਾਸਟਰ ਨਹੀਂ ਗਿਆ ਹੋਇਆ ਉਹ ਜ਼ਰੂਰੀ ਹੈ ਕਿ ਇਕੱਲੀ ਸਾਡੀ ਮੰਗ ਨਹੀਂ ਸਾਡੇ ਸਾਰੇ 50 ਦੇ 50 ਮੈਂਬਰਾਂ ਦੀ ਮੰਗ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਸੁਰਿੰਦਰ ਆਂਦਾ ਲਾ ਦਿੰਦਾ ਬਹੁਤ ਜ਼ਰੂਰੀ ਹੈ ਜੀ, ਬਹੁਤ ਬੁਰਾ ਹਾਲ ਹੈ। ਕਿਉਂਕਿ ਜਦੋਂ ਪਾਣੀ ਤੱਕ ਨਹੀਂ ਪੈਂਦਾ ਉਹਦੇ ਕੋਲ ਦੇਣਾ ਪਾਣੀ ਉਹਦਾ ਰੇਟ ਦਾ ਇੰਤਜ਼ਾਮ ਕਰ ਦਿਓ ਕਰਿਆ ਜਾਂਦਾ ਨੰਬਰ 2 ਕੋਈ ਨੰਬਰ ਕਰਨਾ ਹੈ ਤਾਂ 20 ਪੰਗਾ ਤੇ ਸੀਵਰ ਦਾ ਪਾਣੀ ਦਾ ਬਾਕਸ ਲਈ ਲਾ ਡਿਊਟੀ ਕਰਨੀ ਤੋਂ ਕਰ ਲਿਖ ਕੇ ਨਹੀਂ ਦਿੰਦਾ ਉਹਦਾ ਕੀ ਪਤਾ ਨਹੀਂ ਜਦੋਂ ਕੀ ਪਤਾ ਉਹ ਪਾਣੀ ਸੀਵਰ ਦਾ ਅੱਛਾ ਬਹੁਤ ਮਾੜੀ ਗੱਲ ਮਾੜਾ ਮੋਟਾ ਪਾਣੀ ਅੰਦਰ ਵੀ ਵੜ ਜਾ ਕਰਨੇ ਧਰਤੀ ਦੇ ਬਣ ਪੱਤਰ ਚ ਪੱਕੇ ਕਰਨ ਦੀ ਗੱਲ ਕਰਦਾ ਮੈਂ ਮਾੜਾ ਧਰਤੀ ਲਈ ਵੜ ਜਾਂਦੇ ਪੱਕੇ ਕਰ ਕਰਕੇ ਆਪਾਂ ਸਾਲ ਵਾਲੀ ਕੱਢੀ ਜਾਂਦੇ ਬਾਅਦ ਬਾਕੀ ਸਵਾ ਸਾਲ ਤੋਂ ਉੱਤੇ ਹੋ ਗਿਆ ਜੀ ਸਾਡੇ ਵਾਸਤੇ ਕੋਈ ਪੈਸੇ ਲੱਗਾ ਨਾ ਮੈਨੂੰ ਦੱਸੇਗਾ ਪੈਸਾ ਲੱਗ ਰਿਹਾ ਇੰਨੀ ਪੱਕਵਾਈ ਹੋ ਰਹੀ ਹੈ ਜੇ ਕੋਈ ਟੈਸਟ ਪਾਸ ਕਰਾ ਦੱਸਾ ਜਾ ਵੀ ਇੰਨੇ ਪੈਸੇ ਲੱਗ ਰਿਹਾ ਜਿੱਦੀ ਨਾ ਵਾਪਸ ਤੁਹਾਡੇ ਕੋਲ ਲਿਸਟਾਂ ਤੋਂ ਜਾਣੀਆਂ ਕੰਮ ਲਿਸਟਾਂ ਬਹੁਤ ਹੀ ਸਤਿਕਾਰਯੋਗ ਅੱਜ ਦੀ ਹਾਊਸ ਦੀ ਮੀਟਿੰਗ ਦੀ ਨੁਮਾਇੰਦਗੀ ਕਰ ਰਹੇ ਮੈਡਮ ਮੇਅਰ ਅਮਨ ਗੋਇਲ ਜੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਜੀ, ਡਿਪਟੀ ਮੇਅਰ ਸਾਹਿਬ, ਕਮਿਸ਼ਨਰ ਸਾਹਿਬ ਤੇ ਸਾਰੇ ਹੀ ਸਾਥੀ ਕੌਂਸਲਰ ਸਾਹਿਬ, ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲਵਾਂਗੇ ਜਿਹਦੇ ਕਰਕੇ ਅਸੀਂ ਜਿੱਥੇ ਬੈਠੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ ਬੜਾ ਕੁਝ ਅੱਜ ਆਪਾਂ ਜਿਹੜਾ ਦੇਖਿਆ ਪਰ ਉਹਨਾਂ ਦੇ ਵਿੱਚ ਕੁਝ ਗੱਲਾਂ ਸੱਚ ਵੀ ਨੇ ਤੇ ਕੁਝ ਝੂਠ ਵੀ ਨੇ ਕਿਉਂਕਿ ਮੈਂ ਤੁਸੀਂ ਕਿਉਂ ਬੋਲ ਰਹੇ ਹੋ ਮੈਂ ਬਗਾਰੇ ਵੀ ਨਹੀਂ ਹੈ सच्चाई छुप नहीं सकती बनावट के उसूलों से, सच्चाई छुप नहीं सकती बनावट के उसूलों से, खुशबू आ नहीं सकती कागज के फूलों से। तो मेरा कहना है कि आपसीगा मैडम पहला दूसरा एकदम ग्लास तोड़ दो ऐसा नहीं होना चाहिए तो मेरी गल सुन लेनी चाहिए है। सो हाउस साडा सारिਆਂ ਦਾ ਹੈ ਵਿੱਚ ਹੀ ਸਾਡੇ ਅਫਸਰ ਸਾਹਿਬਾਂ ਦੇ ਮੇਰੇ ਸਾਹਮਣੇ ਐਮਸੀਐਮ ਸਾਡੇ ਸਾਰੇ ਦਾ ਜੇ ਬਠਿੰਡੇ ਦੀ ਤਰੱਕੀ ਕਰਨੀ ਹੈ ਇਕੱਲੇ ਐਮਸੀ ਨਹੀਂ ਕਰ ਸਕਦੇ, ਇਕੱਲੇ ਅਫਸਰ ਸਾਹਿਬ ਨਹੀਂ ਕਰ ਸਕਦੇ, ਇਕੱਲੇ ਮੇਅਰ ਸਾਹਿਬ ਨਹੀਂ ਕਰ ਸਕਦੇ। ਆਪਾਂ ਸਾਰੇ ਦੇ ਰਲ ਕੇ ਇਸ ਨੂੰ ਕਿਤੋਂ ਕਰਦੇ ਉਹਦੇ ਨਾਲ ਗਿਰਾਵਟ ਨਹੀਂ ਜਾਂਦੀ। ਸੋ ਕਹਿੰਦਾ ਬਾਤ ਮੈਂ ਮੈਡਮ ਇੱਕ ਗੱਲ ਤੁਹਾਨੂੰ ਵੀ ਗੱਲ ਦੱਸਦਾ ਪਤਾ ਕੀ ਹੈ ਸਾਰੇ ਹੀ ਸਾਰੇ ਚਲੋ ਜੇ ਤੁਸੀਂ ਗੱਲ ਛੇੜੀ ਤਾਂ ਉਹਨੇ ਤੁਹਾਨੂੰ ਮੇਰੇ ਗੱਲ ਕਰਨਾ ਨਹੀਂ ਚਾਹੁੰਦਾ ਸੀਗਾ ਮੈਂ ਤੁਹਾਨੂੰ ਗੱਲ ਕਰਨਾ ਬਸ ਸਮੱਸਿਆ ਦੱਸ ਰਿਹਾ ਉਹੀ ਦੱਸ ਰਿਹਾ ਨਾ ਸਮੱਸਿਆ ਜਿੰਨਾ ਡਰਾਮਾ ਹੋਇਆ ਪਰ ਉਹਦੀ ਸਮੱਸਿਆ ਵੀ ਆ ਰਹੀ ਹੈ। ਸੁਰਿੰਦਰ ਉੱਤੇ ਆ ਜਾ ਬਹੁਤ ਹੀ ਸੁਣ ਲਓ ਮੈਂ ਤਾਂ ਭਾਈ ਸੱਚੀ ਗੱਲ ਦੱਸਦਾ ਦੇ ਵਿੱਚ ਐਵੇਂ ਗੱਲ ਕਹਿ ਦਈਏ ਆਪੋਜੀਸ਼ਨ ਦੇ ਵਿੱਚ ਸੀ ਉਦੋਂ ਵੀ ਸਤਿਕਾਰ ਹੁੰਦਾ ਸੀ ਅੱਜ ਵੀ ਸਤਿਕਾਰ ਹੁੰਦਾ ਤੇ ਸਤਿਕਾਰ ਹੁੰਦਾ ਇਸ ਕੋਈ ਤੋਂ ਸਾਡੀ ਜਿਹੜੀ ਗੱਲ ਸੀ ਮੈਡਮ ਤੋਂ ਨਾਲ ਕਰਦੇ ਜਿਹੜੇ ਨੇ ਸੱਚੀ ਗੱਲ ਹੈ। ਸੁਰੇਸ਼ ਇੱਧਰ ਕੋਲ
ਸੋ ਮੈਂ ਹੁਣ ਆਪਣੇ ਵਾਰਡ ਦੀ ਗੱਲ ਕਰਨਾ ਚਾਹੁੰਦਾ ਹਾਂ, ਕਿਉਂਕਿ ਜੇ ਗੱਲਾਂ ਕਰਾਂਗੇ ਫਿਰ ਬਾਅਦ ਇਹਨਾਂ ਨੇ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਮੈਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਦਾ, ਜਿਨ੍ਹਾਂ ਨੇ ਸਾਡੇ ਸ਼ਹਿਰ ਦਾ ਬਹੁਤ ਵਿਕਾਸ ਕਰਾਇਆ। खास करके मैं वार्ड नंबर 22 तो सुरेश चौहान मेरे वार्ड से भी कुछ काम हुए ने ते कुछ पेंडिंग पे ने। सो ਜਿਹੜੇ ਕੰਮ ਹੋਏ ਨੇ मैं उन्होंने चानना पाना चाहूंगा। सरदार मनप्रीत सिंह बादल 95 करोड़ रुपए का 95 करोड़ रुपए का ਜਿਹੜਾ ਪੁਲ ਬਣਾਇਆ, ਬਹੁਤ ਦਿੱਕਤ ਹੁੰਦੀ ਸੀ ਸਾਨੂੰ ਜਿਹੜਾ ਉਸ ਸ਼ਹਿਰ ਦੇ ਵਿੱਚ ਆਉਣ ਜਾਣ ਦੇ ਲਈ। ਇੱਕ ਸਾਲ ਦੇ ਵਿੱਚ ਮੇਰੇ ਹਿਸਾਬ ਨਾਲ ਉਹ ਕੰਪਲੀਟ ਹੋ ਜਾਏਗਾ, ਕਿਉਂਕਿ ਮੇਰੇ ਵਾਰਡ 'ਚ ਲੱਗਿਆ 95 ਕਰੋੜ ਰੁਪਇਆ। ਤੇ ਸਰਕਾਰੀ ਸਕੂਲ ਦੀ ਦਸ਼ਾ ਸਾਡੇ ਸੰਜੇ ਨਗਰ ਦੀ ਬਹੁਤ ਮਾੜੀ ਸੀ। ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੇ ਉਸ ਦਸ਼ਾ ਨੂੰ, ਮੈਂ ਕੱਲੇ ਸੰਜੇ ਨਗਰ ਦੀ ਗੱਲ ਨਹੀਂ ਕਰਦਾ, ਸ਼ਹਿਰ ਦੇ ਜਿਹੜੇ ਘੱਟੋ ਘੱਟ ਸਕੂਲ ਨੇ ਕੰਮ ਦੱਸ ਰਿਹਾ, ਦੱਸ ਹੀ ਰਹੇ ਜਦੋਂ ਤੁਸੀਂ ਸੀਗੇ ਪਾਰਟੀ ਦੇ ਵਿੱਚ, ਉਦੋਂ ਵੀ ਆਪਾਂ ਆਪਣੀ ਗੱਲ ਦੱਸਦੇ ਮੇਰੇ ਵਾਰਡ ਦੀ ਗੱਲ ਦੱਸ, ਮੈਂ ਵਾਰਡ ਵਿੱਚ ਕੰਮ ਦੱਸਾਂ। ਸੋ ਅੱਛਾ ਸੁਣ ਗੱਲ ਹੁਣ ਮੈਂ ਦੱਸ ਦਿੰਦਾ ਕਾਲੀ ਦੇ ਮੇਰੇ ਇਲਾਕੇ 'ਚ ਮੈਨੂੰ ਬੜੀ ਦਿੱਕਤ ਸੀ। ਮੈਂ ਮੇਰੇ ਵੀਰ ਨੂੰ ਮੈਂ ਦੱਸ ਰਿਹਾ ਵੀ ਪੁਲ ਦੀ ਕੀ ਦੇਣ ਹੈ। ਮੇਰੇ ਇਲਾਕੇ ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਇੱਕਦਮ ਹਾਰਟ ਅਟੈਕ ਆਇਆ, ਇਹਨਾਂ ਦੀ ਗੱਲ ਦੱਸ ਰਿਹਾ ਮੈਂ ਕੀ ਦੇਣ ਹੈ। ਸੋ ਬੇਗਾ ਜੀ ਫਾਟੇ ਇੱਕ ਮਿੰਟ ਬੇਗਾ ਜੀ, ਉਹ ਜਦੋਂ ਫਾਟਕ ਬੰਦ ਹੋਇਆ, ਫਾਟਕ ਬੰਦ ਹੋਣ ਕਰਕੇ ਅੱਜ ਮੇਰੇ ਫਾਦਰ ਸਾਹਿਬ ਮੇਰੇ ਵਿੱਚ ਤੇ ਮੈਂ ਕਿਉਂ ਨਾ ਧੰਨਵਾਦ ਕਰਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ, ਜਿਨ੍ਹਾਂ ਨੇ ਉਹ ਪਤਾ ਅਨੇਕਾਂ ਲੋਕਾਂ ਦੀ ਜਾਨ ਜਾਂਦੀ ਹੈ ਉੱਥੇ। ਤੁਸੀਂ ਇਹ ਗੱਲ ਕਰਦੇ ਹੋ, ਕਮਾਲ ਹੋ ਗਈ ਹੈ, ਹੱਦ ਹੋ ਗਈ। ਵਾਹ ਜੀ ਵਾਹ, ਤੁਸੀਂ ਬੋਲਦੇ ਮੈਂ ਬੋਲੇ ਵਿੱਚ ਬੋਲੋ, ਤੁਸੀਂ ਆਪਣੀ ਗੱਲ ਕਹੋ। ਸੋ ਮਿਹਰਬਾਨੀ ਤੁਹਾਡੀ। ਦੂਜੀ ਗੱਲ ਮੈਂ ਕਰ ਦਿੰਦਾ, ਛੋਟੇ ਕੰਮ ਹੁੰਦੇ ਆ। ਦੇਖੋ ਸਤਿਕਾਰ ਕਰੋਗੇ ਤਾਂ ਕੰਮ ਵੀ ਹੋਏਗਾ, ਨੋ ਡਾਊਟ। ਛੋਟੇ ਕੰਮ ਹੁੰਦੇ, ਏਦਾਂ ਨਹੀਂ ਹੁੰਦਾ ਵੀ ਐਮਸੀ ਦੇ ਨਾ ਕੰਮ ਕਰਨ। ਓਪੋਜੀਸ਼ਨ 'ਚ ਅਸੀਂ ਹੁੰਦੇ ਸੀ, ਸੀਵਰ ਵੀ ਖੁੱਲਦੇ ਸੀ, ਸਾਰਾ ਕੁਝ ਹੁੰਦਾ ਸੀ, ਠੀਕ ਹੈ। ਵੱਡੇ ਕੰਮ ਸਾਡੇ ਨਹੀਂ ਹੁੰਦੇ ਸੀਗੇ ਓਪੋਜੀਸ਼ਨ 'ਚ, ਨਹੀਂ ਜਦੋਂ ਆਪਣੀ ਸਰਕਾਰ ਸੀ ਆਪਾਂ ਵੀ ਨਹੀਂ ਕਰੇ, ਤੇ ਹੁਣ ਦੂਜੀਆਂ ਤਾਂ ਨਹੀਂ ਕਰਦੇ ਹੋ। ਮੈਂ ਹੁਣ ਤੁਹਾਡੇ ਧਿਆਨ 'ਚ ਲੈਣਾ ਚਾਹੂੰਗਾ ਮੇਰ ਸਾਹਿਬ, ਕੰਮ ਜਿਹੜੀ ਹੈ ਕਮਿਸ਼ਨਰ ਸਾਹਿਬ, ਮੇਰੇ ਇਲਾਕੇ ਦੇ ਵਿੱਚ ਸਾਰੇ ਅੱਧੇ ਤੋਂ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਸੰਜੇ ਨਗਰ ਟੋਬੇ 'ਚ ਜਾਂਦਾ ਹੈ। ਜੇ ਉਸ ਟੋਬੇ ਦੀ ਅਸੀਂ ਡੀਸੈਲਟਿੰਗ ਕਰਾ ਲਈ ਸੀਗੀ, ਪਰ ਉਹ ਡੀਸੈਲਟਿੰਗ ਵਿਅਰਥ ਹੋ ਗਈ। ਜੇਕਰ ਅਸੀਂ ਉੱਥੇ ਮੋਟਰਾਂ ਲਾ ਲੈਂਦੇ ਤੇ ਉਹ ਪਾਣੀ ਨੂੰ ਜਿਹੜਾ ਕੱਢ ਦਿੰਦੇ ਤੇ ਉਸ ਟੋਬੇ ਦੀ ਜਿਹੜੀ ਹੈਗੀ ਹੈ ਡੀਸੈਲਟਿੰਗ ਸਾਡੇ ਕੰਮ ਆ ਜਾਣੀ ਸੀ। ਉਹ ਦੁਬਾਰੇ ਫਿਰ ਉਸ 'ਚ ਗਾਰਾ ਬਣ ਗਈ। ਸੋ ਕਹਿਣ ਦਾ ਭਾਵ ਇਹ ਹੈ, ਉਸ ਟੋਬੇ ਨੂੰ ਅਸੀਂ ਜੇਕਰ ਸੌਂਦਰਯਕਰਨ ਉਹਦਾ ਕਰ ਦਈਏ, ਟਰੈਕ ਬਣਾ ਲਈਏ, ਤੇ ਲੋਕ ਉਹਦੇ 'ਚ ਸੈਰ ਕਰਨ ਲੱਗ ਜਾਣਗੇ। ਮੈਂ ਪਹਿਲਾਂ ਵੀ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ, ਤੇ ਮੈਂ ਹੁਣ ਵੀ ਤੁਹਾਨੂੰ ਇੱਕ ਐਪਲੀਕੇਸ਼ਨ ਮੈਡਮ ਕਮਿਸ਼ਨਰ ਸਾਹਿਬ ਨੂੰ ਦੁਬਾਰੇ ਦੇਣਾ ਚਾਹੁੰਦਾ। ਸੋ ਮਿਹਰਬਾਨੀ ਜੀ। ਹੋਰ ਮੈਂ ਕੰਮ ਵੈਸੇ ਮੇਰੇ ਕਾਫੀ ਹੋ ਚੁੱਕੇ ਆ ਤੇ ਕੁਝ ਹੋਣ ਵਾਲੇ ਆ। ਆਪਣੇ ਡਿਪਟੀ ਮੇਅਰ ਸਾਹਿਬ ਦੇ ਸਾਰੀ ਗੱਲ ਧਿਆਨ ਦੇ ਵਿੱਚ ਹੈ। ਮੈਂ ਕਿਹਾ ਥੋੜੀ ਜਿਹੀ ਗੱਲ ਕਹਿੰਦੇ ਆ ਤੇ ਸ਼ਾਇਦ ਕੰਮ ਉਹਦੇ ਨਾਲ ਦੀ ਨਾਲ ਅਫਸਰ ਨੂੰ ਫੋਨ ਲਾ ਦਿੰਦੇ ਆ। ਇਹ ਨਹੀਂ ਲਾਉਂਦੇ, ਜਿਹੜੀ ਗੱਲ ਸੱਚੀ ਉਹ ਕਹਿ ਦੇਣੀ ਚਾਹੀਦੀ ਹੈ। ਡਿਪਟੀ ਮੇਅਰ ਸਾਹਿਬ ਬੈਠੇ ਆ ਤੇ ਸੀਨੀਅਰ ਡਿਪਟੀ ਮੇਅਰ ਸਾਹਿਬ ਬੈਠੇ ਆ, ਕੰਮ ਕਰਦੇ ਆ। ਪਰ ਹੁਣ ਇਹ ਵੀ ਸਰਕਾਰ ਦੇ ਵਿੱਚ ਆਪਾਂ ਬੜਾ ਕੁਝ ਦੇਖਿਆ। ਹੁਣ ਜੇ ਸਰਕਾਰ ਨਹੀਂ ਤਾਂ ਆਪਾਂ ਆਪਣੇ ਹੀ ਖਿਲਾਫ, ਇੱਕ ਦੂਜੇ ਦੇ ਖਿਲਾਫ ਚੱਲੀਏ, ਐਦਾਂ ਨਹੀਂ। ਆਪਾਂ ਸਾਰੇ ਰਲ ਕੇ ਇਸ ਹਾਊਸ ਨੂੰ ਅੱਗੇ ਲੈ ਕੇ ਚੱਲੀਏ।
ਸਾਰੇ ਰਲ ਮਿਲ ਕੇ ਸ਼ਹਿਰ ਨੂੰ ਅੱਗੇ ਵਧਾਈਏ। ਸਾਰੇ ਰਲ ਮਿਲ ਕੇ ਆਪਾਂ ਸਾਰੇ ਹੀ ਵਿੱਚ ਤੇਰੇ ਵੀ ਅਕਾਲੀ ਵੀਰ ਵੀ ਹੈਗੇ ਆ, ਸਾਰੇ ਦੀ ਗੱਲ ਕਰਦੇ ਆ ਤੇ ਸਾਰੇ ਜਣੇ ਆਪਾਂ ਰੋਲਾ ਤਾਂ ਕੁਝ ਹੋਰ ਹੈ ਨਾ, ਰੋਲਾ ਤਾਂ ਇਹ ਹੈ ਅਸਲ ਤਾਂ ਗੱਲ ਦੱਸਦੇ ਨਹੀਂ ਨਾ। ਸੋ ਮਿਹਰਬਾਨੀ। ਅੱਛਾ ਮੈਡਮ ਜੀ, ਇੱਕ ਗੱਲ ਹੋਰ ਹੈ ਕਮਿਸ਼ਨਰ ਮੈਡਮ, ਇੱਕ ਨਾ ਆਪਣੇ ਸੰਜੇ ਨਗਰ ਗਲੀ ਨੰਬਰ 20 ਹੈ, ਖੈਰ ਜਾਓ ਜੀ ਸੁਣ ਲਓ ਜੀ, ਮੈਂ ਆਪਣੇ ਵਾਰਡ ਦੀ ਗੱਲ ਕਰ ਰਿਹਾ 2 ਮਿੰਟ। ਸੰਜੇ ਨਗਰ ਗਲੀ ਨੰਬਰ 20 ਹੈ, ਸਾਰੇ ਆਪਣੇ ਸੰਜੇ ਨਗਰ 'ਚ ਸੀਵਰ ਪੈ ਗਏ, ਇੱਕ ਗਲੀ ਉਹ ਰਹਿ ਗਈ ਤੇ ਇੱਕ ਸਲਾਟਰ ਹਾਊਸ ਦੇ ਬੈਕ ਸਾਈਡ ਗਲੀ ਨੰਬਰ ਤੇ ਵਾਰਡ ਨੰਬਰ 22 ਦੇ ਇੱਕ ਆਵਾ ਬਸਤੀ ਹੈ। ਆਵਾ ਬਸਤੀ ਦੇ ਵਿੱਚ ਮਿਹਰਬਾਨੀ ਤੁਹਾਡੀ ਆਪਣੇ ਐਕਸੀ ਸਾਹਿਬ, ਤੇ ਵਾਰਡ ਨੰਬਰ 22 ਦੇ ਵਿੱਚ ਆਵਾ ਬਸਤੀ ਦੀ 2-3 ਗਲੀਆਂ ਰਹਿੰਦੀਆਂ ਜਿਹਦੇ ਵਿੱਚ ਵਾਟਰ ਸਪਲਾਈ ਤੇ ਸੜਕ ਬਣਨ ਵਾਲੀ ਵਾਟਰ ਸਪਲਾਈ ਪੈ ਗਈ। ਸੋ ਕੰਮ ਫਿਰ ਜਿਹੜੇ ਹੈਗੇ ਆ, ਮੈਂ ਕਹਿੰਦਾ ਵੀ ਕੁਝ ਹੋ ਜਾਂਦੇ, ਕੁਝ ਰਹਿ ਵੀ ਜਾਂਦੇ ਆ। ਸੋ ਆਪਾਂ ਸਾਰਾ ਪਿਆਰ ਪ੍ਰੇਮ ਬਣਾ ਕੇ ਵੀ ਰੱਖੀਏ ਤੇ ਹਾਊਸ ਦੇ ਵਿੱਚ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਮਿਹਰਬਾਨੀ। ਦੇਖੋ ਕੀ ਹਾਲ ਹੈ, ਬਹੁਤ ਔਖੀ ਹੈ ਬੰਦੇ ਦੀ ਸੁਣਾਈ। ਜਿਹੜੀ ਗੱਲ ਦੀ ਫਰਕੇ ਨਾਲ ਬੰਦੇ ਨੇ ਰਜਿਸਟਰੀ ਕਰਾ ਲਈ, ਇਸਤਾਮ ਲੈ ਲਿਆ, ਤੁਸੀਂ ਵੈਰੀਫਿਕੇਸ਼ਨ ਜਾਣੇ ਵਾਲਿਆਂ ਤੋਂ ਧੰਨਵਾਦ ਜੀ। ਜਿਹੜੇ ਵੀ ਬੰਦੇ ਰੱਖੇ ਜਾਂਦੇ ਆ ਨਗਰ ਨਿਗਮ ਦੇ ਵਿੱਚ, ਉਹ ਸਾਰੇ ਹਾਊਸ ਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਕੌਣ ਕੌਣ ਹੈਗਾ। ਤੇ ਜਿਹੜੀਆਂ ਸਬ ਕਮੇਟੀਆਂ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਸਾਨੂੰ ਸਮਾਬੰਧ ਕਰਕੇ ਦੱਸੋ ਵੀ ਕਿੰਨੇ ਦਿਨਾਂ ਤੱਕ ਸਾਨੂੰ ਰਿਪੋਰਟ ਸਾਰੀਆਂ ਕਾਪੀਆਂ ਸਾਰੇ ਮੈਂਬਰਾਂ ਨੂੰ ਦਿਓ। ਜੇ ਆ ਇੰਨੇ ਮੈਂਬਰ ਹੈਗੇ ਆ ਸਾਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਲੱਡੂ ਬੋਲੀ ਪਾਉਂਦਾ ਹੁੰਦਾ, ਪਰ ਉਹਨੇ ਹੁਣ ਪਾਉਣੀ ਨਹੀਂ। ਤੇ ਜਿਹੜੇ ਬੋਲਣ ਵਾਲੇ ਐਮਸੀ ਹੁੰਦੇ ਉਹਨਾਂ ਤੋਂ ਰਿਹਾ ਨਹੀਂ ਜਾਂਦਾ। ਐਮਸੀਆਂ ਦੀ ਬਿਲਕੁਲ ਗੱਲ ਜਾਇਜ਼ ਸੀ, ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ।
ਔਰ ਇਹ ਨਾ ਸਮਝੋ ਤੁਸੀਂ ਇਕੱਲੇ ਬੈਠੇ ਸੀ, ਅਸੀਂ ਤੁਹਾਡੇ ਨਾਲ ਹੀ ਬੈਠੇ ਸੀ। ਤੇ ਆਪਾਂ ਸਾਰਿਆਂ ਨੇ ਰਲ ਕੇ ਹਾਊਸ ਨੂੰ ਅੱਗੇ ਲੈ ਕੇ ਚੱਲਣਾ ਹੈ। ਪਰ ਕੁਝ ਕਮੀਆਂ ਤਾਂ ਹਾਊਸ ਦੇ ਵਿੱਚ ਹੈ ਨਾ, ਤਾਂ ਹੀ ਮੈਜੋਰਿਟੀ ਟੁੱਟ ਕੇ ਜਿਹੜੀ ਹੈ ਇਸ ਤਰ੍ਹਾਂ ਅੱਡੋ ਪਾਟੀ ਹੁੰਦੀ ਹੈ। ਮੇਅਰ ਸਾਹਿਬ, ਇਹ ਤੁਹਾਡੇ ਤੇ ਨਿਸ਼ਾਨਾ ਹੈ ਮੇਰਾ, ਤੁਸੀਂ ਵੀ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰ ਲਓ। ਰਸੋਈ ਦਾ ਖਹਿੜਾ ਛੱਡ ਕੇ ਸ਼ਹਿਰ ਵਿੱਚ ਆਓ, ਸ਼ਹਿਰ ਬਹੁਤ ਵੱਡਾ ਹੈ। ਬਿਲਕੁਲ ਸਹੀ ਗੱਲ ਹੈ, ਬਰਸਾਤ ਤੋਂ ਪਹਿਲਾਂ ਆਪਾਂ ਨੂੰ ਇੱਕ ਕਮੇਟੀ ਬਣਾ ਕੇ ਪੂਰੇ ਸ਼ਹਿਰ ਦੀ ਰੀਸਟਿੰਗ ਕਰਨੀ ਚਾਹੀਦੀ ਸੀ। ਪੂਰੇ ਸ਼ਹਿਰ ਦਾ ਹਾਲਾਤ ਜਾਇਜ਼ਾ ਲੈਣਾ ਚਾਹੀਦਾ ਸੀ ਅਫਸਰਾਂ ਤੋਂ, ਤਾਂ ਕਿ ਬਰਸਾਤਾਂ ਦੇ ਟਾਈਮ 'ਚ ਕੋਈ ਦਿੱਕਤ ਆਪਾਂ ਨੂੰ ਨਾ ਆਵੇ। ਤੇ ਆਪਾਂ ਸਾਰੇ ਇਕੱਠੇ ਹਾਂ, ਮੈਂ ਵੀ ਤੁਹਾਡੇ ਨਾਲ ਹਾਂ। ਔਰ ਡਿਪਟੀ ਮੇਅਰ, ਮੇਅਰ, ਸੀਨੀਅਰ ਡਿਪਟੀ ਮੇਅਰ ਇਹ ਵੀ ਆਪਣੇ ਨਾਲ ਹੀ ਹੈ। ਆਪਾਂ ਸਾਰੇ ਕਾਂਗਰਸ ਦੇ MC ਹੈ। ਜਦੋਂ ਮੇਅਰ ਸਾਹਿਬ ਨੂੰ ਬਣਾਇਆ ਸੀ ਉਦੋਂ ਵੀ ਆਪਾਂ ਇਕੱਠੇ ਸੀਗੇ, ਤੇ ਹੁਣ ਵੀ ਔਖੀ ਘੜੀ ਦੇ ਵਿੱਚ ਆਪਾਂ, ਮੈਂ ਸੋਚਦੀ ਹਾਂ, ਇਕੱਠੇ ਹੋ ਕੇ ਚੱਲੀਏ ਤੇ ਚੰਗੀ ਗੱਲ ਹੀ ਹੈ। ਤੇ ਨਹੀਂ ਤਾਂ ਫਿਰ ਤਾਂ ਲੋਕ ਤਾਂ ਤਮਾਸ਼ਾ ਦੇਖਣਗੇ। ਮੈਂ ਤਾਂ ਕਿਹਾ ਵੀ ਕੁਝ ਕਮੀਆਂ ਮੁਖੀ ਚ ਵੀ ਹੈ, ਇਹਨਾਂ ਨੂੰ ਆਪਣੇ ਆਪ ਨੂੰ ਸੁਧਾਰ ਲੈਣੀਆਂ ਚਾਹੀਦੀਆਂ, ਨਹੀਂ ਤਾਂ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਇਹਦਾ ਹਰਜਾਨਾ ਭੁਗਤਣਾ ਪਵੇਗਾ। ਤਾਂ ਕੰਮ ਬਹੁਤ ਹੋਏ ਆ, ਕੰਮ ਤੇ ਇੰਨੇ ਹੋਏ ਆ ਕਿ ਜਿਹਦੇ ਕੋਈ ਗਿਣਾ ਨਹੀਂ ਸਕਦੇ। ਸਰਦਾਰ ਮਨਪ੍ਰੀਤ ਨੇ ਬਹੁਤ ਕੰਮ ਕੀਤੇ ਆ। ਜਦੋਂ ਕੋਈ ਮਾੜਾ ਜਿਹਾ MC ਬੋਲਦੇ ਸੀ ਉਦੋਂ ਹੀ ਚੈੱਕ ਕੱਟ ਕੇ ਦੇ ਦਿੰਦੇ ਸੀ। ਇਹ ਨਹੀਂ ਪਤਾ ਵੀ ਉਹ ਕਰੋੜ ਦਾ ਸੀ ਕਿ 2 ਕਰੋੜ ਦਾ ਸੀ ਕਿ ਲੱਖਾਂ ਦਾ ਸੀ। ਪਰ ਚਲੋ, ਅਸੀਂ ਆਪੋਜੀਸ਼ਨ 'ਚ ਵੀ ਰਹੀ ਹਾਂ। ਮੈਂ 1992 ਤੋਂ ਰੈਗੂਲਰ ਕਾਉਂਸਲਰ ਹਾਂ। ਅਸੀਂ ਆਪੋਜੀਸ਼ਨ ਵੀ ਦੇਖੀ ਹੈ, ਅਸੀਂ ਪਾਣੀ ਦੇ ਫੁਹਾਰੇ ਵੀ ਦੇਖੇ ਹੈ, ਔਰ ਅਸੀਂ ਚੰਗਾ ਮਾੜਾ ਟਾਈਮ ਦੇਖਦੇ ਆਏ ਹਾਂ। ਅੱਛਾ, ਮੇਰੀ ਬੇਨਤੀ ਹੈ, ਮੇਅਰ ਸਾਹਿਬ, ਡਿਪਟੀ ਮੇਅਰ ਸਾਹਿਬ, ਸੀਨੀਅਰ ਡਿਪਟੀ ਮੇਅਰ ਸਾਹਿਬ, ਮੇਰੇ ਵਾਰਡ ਦੇ ਵਿੱਚ ਇੱਕ ਤਾਤਾਰਾਮ ਬਾਗ ਕਲੋਨੀ ਹੈ, ਅੱਛੇ ਲੋਕਾਂ ਦੀ ਕਲੋਨੀ ਹੈ। ਉੱਥੇ ਬਹੁਤ ਚੰਗੇ ਲੋਕ ਰਹਿੰਦੇ ਨੇ, ਪੜ੍ਹੇ ਲਿਖੇ ਅਫਸਰ ਰਹਿੰਦੇ ਨੇ। ਉੱਥੇ ਸੀਵਰ ਪਿਆ ਹੈ ਕਾਫੀ ਪੁਰਾਣਾ, ਸ਼ਾਇਦ ਉਹਨੂੰ 40 ਸਾਲ ਦੇ ਕਰੀਬ ਹੋ ਗਏ ਹੋਣੇ ਆ, ਪਰ ਉਹਦੇ ਢੱਕਣ ਨਹੀਂ ਲੱਗੇ। 40 ਸਾਲ ਦੇ ਢੱਕਣ ਨਹੀਂ ਲੱਗੇ। ਪਹਿਲਾਂ ਮੈਨੂੰ ਵੀ ਪਤਾ ਨਹੀਂ ਸੀ, ਪਰ ਮੈਨੂੰ ਪਤਾ ਲੱਗਿਆ ਜਦੋਂ ਮੈਂ ਪਟਾ ਕੇ ਦੇਖੇ ਤਾਂ ਉਹਨਾਂ ਦੇ ਉੱਤੇ ਪੱਥਰ ਰੱਖੇ ਹੋਏ ਨੇ। ਪੱਥਰ ਰੱਖੇ ਹੋਏ ਨੇ। ਮੇਰੀ ਗੱਲ ਨੋਟ ਕੀਤੀ ਜਾਵੇ ਕਿ ਉਹ ਪੱਥਰ ਜਿਹੜੇ ਰੱਖੇ ਹੋਏ ਆ ਉਹ ਪਾਸੇ ਹਟਾ ਕੇ ਉਹਨਾਂ ਤੇ 2 ਗਲੀਆਂ ਨੇ, 3 ਨੰਬਰ 2 ਨੰਬਰ, ਤਾਤਾਰਾਮ ਦਾ ਬਾਗ, ਕਨਾਲ ਕਲੋਨੀ। ਬਾਕੀ ਕੋਈ ਕੰਮ ਨਹੀਂ ਹੈ, ਕੰਮ ਤਾਂ ਚੱਲਦੇ ਹੀ ਰਹਿਣਗੇ। ਚੱਲਦੇ ਕੰਮ ਖਰਾਬ ਵੀ ਹੋਣਗੇ, ਸਹੀ ਵੀ ਹੋਣਗੇ, ਲੜਦੇ ਵੀ ਰਵਾਂਗੇ, ਭਿੜਦੇ ਵੀ ਰਵਾਂਗੇ, ਇਕੱਠੇ ਵੀ ਰਵਾਂਗੇ। ਜੈ ਹਿੰਦ, ਜੈ ਭਾਰਤ, ਜੈ ਭੀਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ, ਮੇਰੇ ਝੁਝਾਰ ਸਿੰਘ ਨਗਰ ਜਿਹੜਾ ਮੇਰੇ ਵਾਰਡ ਵਿੱਚ ਹੈਗਾ, ਤੇ 7 ਨੰਬਰ ਗਲੀ ਵਿੱਚ ਮੈਮ ਨੂੰ ਮੈਂ ਨੋਟ ਵੀ ਕਰਾਇਆ ਸੀ ਕਿ 10 ਜੁਲਾਈ ਦੀ ਕੰਪਲੇਂਟ ਹੈ, ਪਾਣੀ ਸੀਵਰੇਜ ਦਾ ਮਿਕਸ ਹੋ ਕੇ ਆ ਰਿਹਾ ਹੈ। ਹਾਂਜੀ ਸਰ, ਜਲਦੀ ਠੀਕ ਕਰ SDO ਸਾਹਿਬ ਨੂੰ ਕਿਹਾ ਸੀ ਬਹੁਤ ਵਾਰ। ਸਰ 7 ਨੰਬਰ ਗਲੀ ਸਾਰੀ ਜੀ ਸਰ, ਪਤਾ ਨਹੀਂ ਤੁਸੀਂ ਨਹੀਂ ਨਹੀਂ ਸਰ, ਫਿਰ ਉਹ ਤੁਸੀਂ ਕਰਾਂ ਜੀ ਕੰਪਲੇਂਟ ਆ ਰਹੀ ਹੈ। सर तुम चेक करवाओ क्योंकि लोगों की कंप्लेंट आ रही है। सर तुम चेक करवा लो 5-7 घर 7 नंबर गली है सर शुजाऊ। सर एक मेरे वार्ड में कवारा पशु सर बहुत ज़्यादा प्रॉब्लम है। सर मेरे वार्ड की गल कर रही है इतने सारे शहर का सर पता ही सबको हैगी है। तो सर जो रिंग रोड वाली साइड तो ना शाम को बहुत ज़्यादा पशु पता नहीं उन्होंने कौन छड़ता पिंडा चो छड़ते हैं तो ਬੰਦ ਕਰ ਦਿਓ ਲਾਈਵ, ਬੰਦ ਕਰ ਲਈ।
ਸਵੇਰੇ ਪਰੌਂਠੇ ਵਾਲੀ ਕੀ ਗੱਲ ਹੋਈ ਚਾਹ ਪਾਣੀ ਹੋਈ ਹੈ ਕਿ ਪਰੌਂਠੇ ਖਵਾਏ ਗਏ ਮੈਂਬਰ ਸਪਰੇ ਕੈਂਡਲ ਦੀ ਜਿਹੜੀ ਸਮੱਸਿਆ ਬਹੁਤ ਹੀ ਜ਼ਿਆਦਾ ਹੈ। ਇਹਦੇ ਵਿੱਚ ਅਸੀਂ ਪਹਿਲਾਂ ਮੁਹੱਲੀ ਬੇਸ ਪ੍ਰੋਜੈਕਟ ਨੂੰ ਡੀਲ ਕੀਤਾ, ਉੱਥੇ ਰੇਟ ਕੁਝ ਜ਼ਿਆਦਾ ਸੀਗੇ। ਉਹਨਾਂ ਦਾ ਕੰਮ ਇਹ ਸੀਗਾ ਵੀ ਉਹਨਾਂ ਨੇ ਠੇਕੇਦਾਰੀ ਸਿਸਟਮ ਦੇ ਹਿਸਾਬ ਨਾਲ ਪ੍ਰਤੀ ਪਸ਼ੂ 1500 ਲਿਆ ਸੀਗਾ, ਉਹਨੂੰ ਫੜ ਕੇ ਉਹ ਮਤਲਬ 2 ਸਾਲਾਂ ਦੇ ਵਿੱਚ ਛੱਡ ਦਿੰਦੇ। ਬਠਿੰਡੇ ਦੇ ਵਿੱਚ ਆਪਣੇ ਜਿਹੜੇ ਆਊਟਰ ਏਰੀਆਜ਼ ਹੈ, ਜ਼ਿਆਦਾਤਰ ਕਰਕੇ ਜਿਹੜੇ ਪਿੰਡਾਂ ਦੇ ਵਿੱਚੋਂ ਠੇਕੇਦਾਰ ਖੜਦੇ ਆ, ਉਹ ਇੱਥੇ ਰਾਤ ਨੂੰ ਛੱਡ ਜਾਂਦੇ ਆ। ਆਪਾਂ ਨੂੰ ਬਾਹਰੋਂ ਮੈਨ ਕਰਨ ਦੀ ਜ਼ਰੂਰਤ ਹੈ ਕਿ ਬਾਹਰੋਂ ਜੇ ਸੇਫਗਾਰਡ ਹੋ ਜਾਏ। ਸੋ ਇਹ ਇੱਕ ਜਾਣਕਾਰੀ ਕਮੇਟੀ ਫਾਰਮ ਹੋਈ ਸੀ ਜੀ, ਉਸ ਦੇ ਵਿੱਚ ਅਸੀਂ ਤੁਹਾਨੂੰ ਮਾਨਵ ਹਾਊਸ ਦੇ ਵਿੱਚ ਅਗਲੇ ਜਿਹੜੇ ਹਾਊਸ ਦੇ ਆਉਣ ਵਾਲੀ ਮੀਟਿੰਗ ਦੇ ਵਿੱਚ ਪ੍ਰਸਤਾਵ ਲੈ ਕੇ ਆਏ ਹਾਂ ਕਿ ਆਪਾਂ ਪਹਿਲਾਂ ਖਤਮ ਕਰ ਦਈਏ ਸਾਰੇ ਜਿਹੜੇ ਅੰਦਰਲੇ ਫੜ ਕੇ ਠੇਕੇਦਾਰ ਨੂੰ ਗਾਰਡ ਕਰਵਾ ਸਾਰੀ ਸਿਟੀ ਨੂੰ ਚਾਰੋਂ ਪਾਸੇ ਕੋਈ ਪਸ਼ੂ ਆਵੇ ਨਾ। ਜੇਕਰ ਕੋਈ ਆ ਜਾਂਦਾ ਹੈ ਤਾਂ ਉਹ 24 ਘੰਟਿਆਂ ਦੇ ਵਿੱਚ डॉग्स भी इंक्लूडेड, डॉग्स का तो बहुत बुरा हाल है। हमारी गली की 10-10 कुत्ते हैं, सिर्फ बच्चे नहीं देख सकते, कोई सैर नहीं कर सकता। ਇਹ ਇਸ ਪਰ ਐਕਚੁਅਲੀ ਡੌਗਸ ਨੂੰ ਆਪਾਂ ਵੀ ਕਰਦੇ ਹਾਂ, ਉਸੇ ਗਲੀ ਦੇ ਵਿੱਚ ਛੱਡਣਾ। ਠੀਕ ਹੈ ਨਾ? एक गली की 10-10 ब्रीड भी हो रहे हैं। ਬੱਚਾ ਵੀ ਹੋ सर, कुत्ते की बहुत ज्यादा बड़ी प्रॉब्लम है। बच्चों को कट भी ਆਪਾਂ लगता है। ਵੱਖਰੇ ਤੌਰ ਤੇ ਇਹਨਾਂ ਨੂੰ ਦੇਖ ਲਾਂਗੇ ਜੀ। सिर्फ डॉग कौन से नाम है? कौन सी बन सकते हैं? मतलब बड़े चैनल्स तक है कि उन्होंने खाना लिए होम्स अपने ਏਰੀਆ ਚ ਡੀਸੀ ਦਾ ਕੇ ਮਨਾ ਕਰ ਨਹੀਂ ਚੱਕਣਾ ਬੰਦ ਕਰ ਦੋ ਸੋਸ਼ਲ ਮਿਸ਼ਨ ਦੀ ਜਾ ਕੇ ਡੀਸੀ ਸਾਹਿਬ ਨੂੰ ਕਰ ਦਿਓ सर एक्चुअली